ਧੰਨ ਵਾਹਿਗੁਰੂ ਜੀਓ। ਗੋਂਡ ਮੋਹੇ ਲਾਗਤੀ ਤਾਲਾ ਬੇਲੀ, ਬਸ਼ਰੇ ਬਿਨ ਗਾਏ ਅਕੇਲੀ। ਮੋਹੇ ਲਾਗਤੀ ਤਾਲਾ ਬੇਲੀ, ਬਸ਼ਰੇ ਬਿਨ ਗਾਏ ਅਕੇਲੀ। ਪਾਨੀਆਂ ਬਿਨ ਮੀਨ ਤਲਫੈ, ਐਸੇ ਰਾਮ ਨਾਮਾ ਬਿਨ ਬਾਪੁਰੋ ਨਾਮਾ ਰਹਾਉ। ਜੈਸੇ ਗਾਏ ਕਾ ਬਾਛਾ ਛੂਟਲਾ, ਥਨ ਚੋਖਤਾ ਮਾਖਨ ਕੂਟਲਾ। ਨਾਮ ਦਿਓ ਨਾਰਾਇਣ ਪਾਇਆ, ਗੁਰ ਭੇਟਤ ਅਲਖ ਲਖਾਇਆ। ਜੈਸੇ ਬਿਖੈ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਜੈਸੇ ਤਾਪ ਤੇ ਨਿਰਮਲ ਕਾਮਾ, ਤੈਸੇ ਰਾਮ ਨਾਮਾ ਬਿਨ ਬਾਪੁਰੋ ਨਾਮਾ। ਜੈਸੇ ਤਾਪ ਤੇ ਨਿਰਮਲ ਕਾਮਾ, ਤੈਸੇ ਰਾਮ ਨਾਮਾ ਬਿਨ ਬਾਪੁਰੋ ਨਾਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਗੁਰੂ ਦਰਬਾਰ ਵਿੱਚ ਸੱਜ ਕੇ ਬੜੇ ਪ੍ਰੇਮ, ਬੜੀ ਇਕਾਗਰਤਾ ਦੇ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਸ਼ਬਦ ਕੀਰਤਨ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਜੋ ਰੋਜ਼ਾਨਾ ਦੇ ਸ਼ਾਮਾਂ ਦੇ ਦੀਵਾਨਾਂ ਵਿੱਚ ਆਪਾਂ ਯਤਨ ਕਰਦੇ ਹਾਂ, ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚੋਂ ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਉਚਾਰਨ ਕੀਤੇ ਹੋਏ ਜੋ ਪਾਵਨ ਸ਼ਬਦ ਹਨ, ਉਹਨਾਂ ਦੀ ਲੜੀਵਾਰ ਕਥਾ ਵਿਚਾਰ ਕਰਦਿਆਂ ਅਸੀਂ ਮਹਾਨ ਮਹਾਂਪੁਰਖਾਂ ਦੇ ਜੀਵਨ ਨੂੰ ਉਹਨਾਂ ਦੀ ਬਾਣੀ ਦੇ ਰਾਹੀਂ ਸਮਝਣ ਦਾ, ਉਹਨਾਂ ਦੇ ਉਪਦੇਸ਼ ਨੂੰ ਵਿਚਾਰਨ ਦਾ ਇਹ ਨਿਮਾਣਾ ਜਿਹਾ ਯਤਨ ਅਤੇ ਕੋਸ਼ਿਸ਼ ਕਰਦੇ ਹਾਂ। ਭਗਤ ਨਾਮਦੇਵ ਸਾਹਿਬ ਮਹਾਰਾਜ ਦੇ ਕੁੱਲ 61 ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 18 ਰਾਗਾਂ ਦੇ ਵਿੱਚ ਦਰਜ ਹਨ। ਭਗਤ ਜੀ ਦੀ ਪਾਵਨ ਬਾਣੀ ਨੂੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਪਣੀ ਪਹਿਲੀ ਪ੍ਰਚਾਰ ਫੇਰੀ, ਜਿਸ ਨੂੰ ਸਾਡੀਆਂ ਲਿਖਤਾਂ ਵਿੱਚ ਪਹਿਲੀ ਉਦਾਸੀ ਕਰਕੇ ਲਿਖਿਆ ਹੈ, ਉਸ ਵਕਤ ਮਹਾਰਾਜ ਨੇ ਭਗਤ ਜੀ ਦੇ ਅਨੁਯਾਈ ਜਿਹੜੇ ਸਨ, ਉਹਨਾਂ ਦੇ ਨਿਕਟਵਰਤੀ ਜਿਹੜੇ ਸਨ, ਉਹਨਾਂ ਦੇ ਪੈਰੋਕਾਰ, ਉਹਨਾਂ ਦੀ ਇੱਜ਼ਤ ਅਦਬ ਤੇ ਸਤਿਕਾਰ ਕਰਨ ਵਾਲੇ ਲੋਕ, ਜਿਸ ਵਿੱਚ ਉਹਨਾਂ ਦੇ ਪਰਿਵਾਰ ਦੇ ਲੋਕ ਵੀ ਸਨ, ਉਹਨਾਂ ਪਾਸੋਂ ਭਗਤ ਜੀ ਦੀ ਪਾਵਨ ਬਾਣੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪ੍ਰਾਪਤ ਕੀਤਾ ਅਤੇ ਆਪਣੀ ਬਾਣੀ ਦੇ ਨਾਲ ਆਪਣੀ ਪੋਥੀ ਵਿੱਚ ਸਤਿਗੁਰੂ ਮਹਾਰਾਜ ਨੇ ਭਗਤ ਜੀ ਦੇ 61 ਸ਼ਬਦ ਜਿਹੜੇ ਸਨ ਉਹ ਦਰਜ ਕੀਤੇ।
ਸਾਨੂੰ ਤਾਰੀਖ ਇਤਿਹਾਸ ਦੱਸਦਾ ਹੈ ਕਿ ਭਗਤ ਨਾਮਦੇਵ ਸਾਹਿਬ ਜੀ ਨੇ ਆਪਣੇ ਜੀਵਨ ਵਿੱਚ ਵੀ ਆਪਣੇ ਇੱਕ ਮਿੱਤਰ ਸਤ ਸੰਗੀ ਦੇ ਨਾਲ ਕੁਝ ਯਾਤਰਾਵਾਂ ਕੀਤੀਆਂ ਸਨ। ਥਾਂਪੁਰ ਥਾਂ ਉਹ ਗਏ ਸਨ ਔਰ ਉਹ ਪੰਜਾਬ ਵੀ ਆਏ। ਇਸ ਵਾਸਤੇ ਉਹ ਘੁਮਾਣ ਨਗਰ ਦੇ ਵਿੱਚ ਵੀ ਉਹਨਾਂ ਨੇ ਆਪਣਾ ਜ਼ਿੰਦਗੀ ਦਾ ਕੁਝ ਵਕਤ ਗੁਜ਼ਾਰਿਆ ਹੈ। ਸਾਖੀਕਾਰਾਂ ਨੇ ਇੱਕ ਹੋਰ ਬਾਤ ਬੜੀ ਅਹਿਮ ਲਿਖੀ ਹੈ। ਉਹ ਕਹਿੰਦੇ ਹਨ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੁਝ ਸਾਧੂਆਂ ਦੀ ਸੰਗਤ ਕਰਦੇ ਸਨ ਬਚਪਨ ਵਿੱਚ। ਹੁਣ ਭਾਰਤ ਵਿੱਚ ਸਾਧੂਆਂ ਦੀ ਤੇ ਸਾਧੂਆਂ ਦੇ ਟੋਲਿਆਂ ਦੀ ਤੇ ਵੱਖ-ਵੱਖ ਸੰਪਰਦਾਵਾਂ ਦੀ ਕੋਈ ਕਮੀ ਨਹੀਂ ਹੈ, ਨਾ ਪਹਿਲਾਂ ਸੀ ਨਾ ਅੱਜ ਹੈ। ਮੰਡਲੀਆਂ ਬਣਾ ਕੇ, ਨਿੱਕੇ ਨਿੱਕੇ ਜਥੇ ਬਣਾ ਕੇ ਉਹ ਸਾਧੂ ਜਿਹੜੇ ਹਨ ਉਹ ਵਿਚਰਦੇ ਰਹਿੰਦੇ ਹਨ। ਇੱਕ ਪਿੰਡ ਤੋਂ ਦੂਜੇ ਪਿੰਡ, ਤੀਜੇ ਪਿੰਡ, ਚੌਥੇ ਸ਼ਹਿਰ, ਪੰਜਵੇਂ ਸ਼ਹਿਰ, ਇੱਕ ਤੀਰਥ ਤੋਂ ਦੂਜੇ ਤੀਰਥ, ਲਗਾਤਾਰ ਉਹਨਾਂ ਦਾ ਟਰੈਵਲ ਜਿਹੜਾ ਸਫ਼ਰ ਜਿਹੜਾ ਉਹ ਜਾਰੀ ਰਹਿੰਦਾ। ਉਹ ਕਈ ਵਿਚਾਰਧਾਰਾਵਾਂ ਦੇ ਨਾਲ ਜੁੜੇ ਹੋਏ, ਵੱਖਰੇ ਵੱਖਰੇ ਭੀਖਾਂ ਵਾਲੇ, ਵੱਖਰੇ ਵੱਖਰੇ ਵਿਚਾਰਾਂ ਵਾਲੇ, ਵੱਖਰੇ ਵੱਖਰੇ ਅਭਿਆਸ ਵਾਲੇ ਉਹ ਸਾਧੂਆਂ ਦੇ ਟੋਲੇ ਹੁੰਦੇ ਸਨ। ਹੁਣ ਜੋਗੀਆਂ ਨੂੰ ਹੀ ਲੈ ਲਈਏ ਤੇ ਜੋਗੀਆਂ ਦੇ 12 ਪੰਥ ਨੇ, ਸੰਨਿਆਸੀਆਂ ਨੂੰ ਲੈ ਲਈਏ ਤੇ ਸੰਨਿਆਸੀਆਂ ਦੇ 10 ਪੰਥ ਨੇ। ਫਿਰ ਇਸ ਤੋਂ ਅੱਗੇ ਵੈਰਾਗੀ ਆ ਜਾਂਦੇ ਹਨ, ਫਿਰ ਉਦਾਸੀ ਆ ਜਾਂਦੇ ਹਨ, ਫਿਰ ਹੋਰ ਵੀ ਬਹੁਤ ਸਾਰੀਆਂ ਐਸੀਆਂ ਵੱਖਰੀਆਂ ਵੱਖਰੀਆਂ ਜਿਹੜੀਆਂ ਹਨ ਉਹ ਸੰਪਰਦਾਵਾਂ ਸਾਧੂਆਂ ਦੀਆਂ ਆ ਜਾਂਦੀਆਂ। ਬੜਾ ਅਹਿਮ ਪ੍ਰਸ਼ਨ ਜਿਹੜਾ ਹੈ ਉਹ ਹੱਲ ਕੀਤਾ ਹੈ ਸਾਖੀਕਾਰ ਨੇ। ਉਸ ਵਿੱਚ ਉਸਨੇ ਜ਼ਿਕਰ ਕੀਤਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਕਿੰਨਾ ਸਾਧੂਆਂ ਦੀ ਸੰਗਤ ਕਰਦੇ ਸਨ। ਜਦੋਂ ਅਸੀਂ ਮਹਾਰਾਜ ਦੀ ਬਾਣੀ ਪੜ੍ਹਦੇ, ਸਤਿਗੁਰੂ ਨੇ ਜੋਗੀਆਂ ਪ੍ਰਥਾਏ ਬਹੁਤ ਕੁਝ ਲਿਖਿਆ। ਜਦੋਂ ਹਜ਼ੂਰ ਬਾਣੀ ਵਿੱਚ ਇਹ ਕਹਿੰਦੇ ਨੇ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਸਿੰਘੀ ਵਾਇਆ, ਤੇ ਸਤਿਗੁਰੂ ਜੋਗੀ ਨੂੰ ਅਸਲ ਜੋਗ ਸਮਝਾਉਂਦਿਆਂ ਹੋਇਆਂ ਕਹਿੰਦੇ ਨੇ, ਅੰਜਨ ਮਾਹੇ ਨਿਰੰਜਨ ਰਹੀ ਹੈ, ਜੋਗ ਜੁਗਤ ਏਮ ਪਾਈਐ। ਜਾਂ ਹਜ਼ੂਰ ਜਦੋਂ ਇਹ ਕਹਿੰਦੇ, ਨਾਨਕ ਘਰ ਹੀ ਬੈਠਿਆਂ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਹੁਣ ਜਿਨ੍ਹਾਂ ਦੇ ਰਸਤੇ ਨੂੰ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਇਹ ਕਹਿੰਦੇ ਨੇ ਵੀ ਇਹ ਪੂੰਵਰ ਤਾਪ ਗੇਰੀ ਕੇ ਬਸਤਰਾ, ਇਹਦਾ ਮਤਲਬ ਹੈ, ਇਹ ਵਾਕ ਨੂੰ ਜ਼ਰੂਰ ਸਮਝੀਏ, ਸਾਡੇ ਕਈ ਭਰਮ ਬਿਨਸ ਜਾਣਗੇ। ਫਿਰ ਸਾਨੂੰ ਉਹਨਾਂ ਅਸਲ ਸਾਧੂਆਂ ਦੀ ਪਛਾਣ ਹੋਏਗੀ ਜਿਨ੍ਹਾਂ ਦੀ ਸੋਭਤ ਗੁਰੂ ਨਾਨਕ ਸਾਹਿਬ ਦੀ ਉਚੇਚੀ ਲੋੜਦੇ ਤੇ ਜਿਨ੍ਹਾਂ ਦੀ ਹੈਲਪ ਵੀ ਕਰਦੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ 'ਚ ਕਿਹਾ ਪੂੰਵਰ ਤਾਪ, ਇਹਦਾ ਮਤਲਬ ਹੁੰਦਾ ਹੈ ਤਪ ਸਾਧਨਾ। ਗੇਰੀ ਕੇ ਬਸਤਰ, ਗੇਰੂਏ ਰੰਗ ਦੇ, ਭਗਵੇਂ ਜੈ ਗੇਰੂਏ ਰੰਗ ਦੇ, ਜਿਸ ਤਰ੍ਹਾਂ ਦੀ ਗੇਰੀ ਹੁੰਦੀ ਹੈ ਉਸ ਤਰ੍ਹਾਂ ਦੇ, ਉਸ ਰੰਗ ਦੇ, ਉਸ ਕਲਰ ਦੇ ਕੱਪੜੇ ਪਹਿਨਣੇ। ਹਜ਼ੂਰ ਕਹਿੰਦੇ ਤਪ ਸਾਧ ਰਹੇ ਨੇ, ਇਹੋ ਜਿਹੇ ਵਸਤਰ ਤਨ ਤੇ ਧਾਰਨ ਕਰ ਲਏ, ਬਾਣੀ ਦਾ ਵਿਚਾਰ ਹੈ। ਤੇ ਹਜ਼ੂਰ ਨੇ ਅੱਗੇ ਕੀ ਕਿਹਾ, ਕਹਿੰਦੇ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਆਪਦਾ ਮਤਲਬ ਹੁੰਦਾ ਹੈ ਘਰੇਲੂ ਮੁਸ਼ਕਲਾਂ। ਹੁਣ ਆਪਾਂ ਸਾਰੇ ਗ੍ਰਸਤੀਆਂ ਸਮਾਜ ਵਿੱਚ ਰਹਿੰਦੇ ਹਾਂ, ਆਪਾਂ ਨੂੰ ਪਤਾ ਹੈ ਪਰਿਵਾਰ ਦੀਆਂ ਮੁਸ਼ਕਲਾਂ ਨਾਲ ਸਾਨੂੰ ਹਰ ਵੇਲੇ ਹੀ 2-4 ਹੋਣਾ ਪੈਂਦਾ। ਰਿਸ਼ਤੇਦਾਰਾਂ ਵਿੱਚ ਵੀ ਮੁਸ਼ਕਲਾਂ ਆਉਂਦੀਆਂ ਨੇ, ਸਮਾਜ ਵਿੱਚ ਜਿੱਥੇ ਰਹਿੰਦੇ ਆ ਉੱਥੇ ਵੀ ਊਚ ਨੀਚ ਵਾਪਰਦੀ ਰਹਿੰਦੀ ਹੈ, ਚੰਗੀਆਂ ਮਾੜੀਆਂ ਹਰ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਹੁਣ ਜ਼ਰਾ ਸੋਚ ਕੇ ਵੇਖ, ਕੋਈ ਇਹਨਾਂ ਮੁਸ਼ਕਲਾਂ ਤੋਂ, ਇਹਨਾਂ ਘਟਨਾਵਾਂ ਤੋਂ, ਇਹਨਾਂ ਪੇਚੀਦਗੀਆਂ ਤੋਂ ਇੰਨਾ ਉਕਤਾ ਜਾਏ, ਖਿੱਚ ਜਾਏ ਤੇ ਆਖੇ ਇਹ ਤੇ ਹੈ ਹੀ ਨਰਕ, ਚਲੋ ਛੱਡੋ ਪਰੇ। ਤੋ ਇਹਨਾਂ ਚੀਜ਼ਾਂ ਨੂੰ ਵਿਚਾਰ ਕੇ ਉਹਨਾਂ ਨੇ ਇਹਨੂੰ ਨਰਕ ਕਿਹਾ ਹੈ ਨਾ। ਬੰਦਾ ਕਈ ਵਾਰ ਜਦੋਂ ਖਿੱਚ ਜਾਂਦਾ, ਜੋਗੀ ਤੇ ਨਹੀਂ ਬਣਦਾ, ਆਮ ਬੰਦਾ ਜਿਹੜਾ ਆਪਾਂ ਹੁਣ ਸਾਰੇ ਪਰ ਘਰੇ ਕਹਿ ਤਾਂ ਦਿੰਦੇ ਆ ਨਾ, ਸਾਰੀ ਜ਼ਿੰਦਗੀ ਬਸ ਭਾਰ ਢੋਂਦਿਆਂ ਲੰਘ ਗਈ। ਟੱਬਰ ਨੂੰ ਆਪਾਂ ਕਹਿ ਦਿੰਦੇ ਆ ਵੀ ਤੁਹਾਡੇ ਬਦਲੇ ਤਾਂ ਮੈਂ ਮਾਰ ਖਾ ਪੀ ਗਿਆ, ਹੁਣ ਤਾਂ ਦਾੜੀ ਵੀ ਚਿੱਟੀ ਹੋ ਗਈ, ਸਿਰ ਦੇ ਵਾਲ ਵੀ ਉੱਡ ਗਏ, ਹੁਣ ਬਾਕੀ ਕੀ ਬਚਿਆ। ਹੁਣ ਉਹ ਬੰਦੇ ਦੇ ਅੰਦਰ ਦੀ ਜਿਹੜਾ ਜ਼ਿੰਦਗੀ 'ਚ ਉਹਨੇ ਸੰਘਰਸ਼ ਕੀਤਾ ਹੈ ਆਪਣੇ ਲਾਈਫ ਟਰੈਵਲ ਦੇ ਵਿੱਚ, ਜਦੋਂ ਕਿਸੇ ਪੇਚੀਦਗੀ, ਕਿਸੇ ਮੁਸ਼ਕਲ ਤੋਂ ਖਿੱਚ ਜਾਂਦਾ ਹੈ ਨਾ, ਮੁਸ਼ਕਲ ਉਹਦੀ ਸਮਰੱਥਾ ਤੋਂ ਜਦੋਂ ਵੱਡੀ ਹੋ ਜਾਂਦੀ ਹੈ ਕਈ ਵਾਰ, ਤਾਂ ਉਹ ਕਹਿੰਦੇ ਰੱਖਿਆ ਕੀ ਹੈ ਸਾਰੇ ਕੁਝ। ਸਾਰੀ ਜ਼ਿੰਦਗੀ ਕੰਮ ਕਰਦੇ ਰਹੋ, ਕੰਮ ਕਰਦੇ ਰਹੋ, ਘਰ ਬਣਾਉਂਦੇ ਰਹੋ, ਧੀਆਂ ਪੁੱਤਰਾਂ ਨੂੰ ਜੰਮੋ,
ਪਾਲੋ, ਵੱਡਿਆਂ ਕਰੋ, ਫਿਰ ਉਹਨਾਂ ਦੀ ਸੈਟਿੰਗ ਕਰਨ ਵਾਸਤੇ ਸਮਾਜ 'ਚ ਐਸਟੈਬਲਿਸ਼ ਕਰਨ ਲਈ ਫਿਰ ਕਿਰਤਕਾਰ ਕਰਦੇ ਰਹੋ, ਜ਼ਿੰਮੇਵਾਰੀਆਂ ਨਿਭਾਉਂਦੇ ਰਹੋ। ਅਤੇ ਜੇ ਉਹੀ ਪਰਿਵਾਰ ਤੁਹਾਡਾ ਥੋੜ੍ਹਾ ਬਹੁਤ ਮਾਣ ਸਨਮਾਨ ਨਾ ਕਰੇ, ਤੁਸੀਂ ਕਹਿੰਦੇ ਹੋ ਹੈ ਕੀ ਇੱਥੇ? ਇਹਨੂੰ ਆਪਦਾ ਕਹਿੰਦੇ ਨੇ। ਇਹ ਜਿਹੜੀਆਂ ਪੇਚੀਦਗੀਆਂ ਹਨ, ਇਹ ਜਿਹੜੀਆਂ ਮੁਸ਼ਕਿਲਾਂ ਹਨ, ਇਹ ਜਿਹੜੀਆਂ ਉਲਝਣਾਂ ਹਨ, ਜਿਸ ਰਾਹ 'ਤੇ ਅਸੀਂ ਚੱਲਦੇ ਉੱਥੇ ਆਉਂਦੀਆਂ ਨੇ। ਉਹਨਾਂ ਤੋਂ ਡਰਦੇ ਹੋਏ, ਉਹਨਾਂ ਤੋਂ ਭੱਜ ਕੇ ਉਹਨਾਂ ਨੂੰ ਫੇਸ ਕਰਨ ਦੀ ਬਜਾਏ ਅਤੇ ਉਹਨਾਂ ਨੂੰ ਬਰਦਾਸ਼ਤ ਕਰਨ ਦੀ ਬਜਾਏ ਕੋਈ ਇਸ ਰਾਹ ਹੀ ਛੱਡ ਜਾਏ ਵੀ ਛੱਡੋ ਪਰੇ। ਆਪਣਾ ਨਾ ਕੋਈ ਪਰਿਵਾਰ ਨਾਲ ਤਾਲੁਕ ਹੈ, ਨਾ ਕੋਈ ਕੰਮ ਕਿਰਤਕਾਰ ਰੁਜ਼ਗਾਰ ਕਰਨਾ ਹੈ, ਅਤੇ ਨਾ ਹੀ ਕਿਸੇ ਸਮਾਜ ਨਾਲ ਸਾਂਝ ਰੱਖਣੀ। ਬਿਲਕੁਲ ਤਿਆਗੀ ਹੋ ਗਏ। ਉਹਨੂੰ ਹਜ਼ੂਰ ਨੇ ਕਿਹਾ ਆਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ, ਘਰ ਛੱਡ ਕੇ ਦੌੜ ਗਿਆ। ਫਿਰ ਕੀ ਆਖਿਆ? ਦੇਸ ਛੋੜ ਪ੍ਰਦੇਸੈ ਤਾਹਿ। ਫਿਰ ਉਹ ਪਿੰਡ ਦੇ ਵਿੱਚ ਤਾਂ ਨਹੀਂ ਨਾ ਰਹੇਗਾ ਜਿਹਨੇ ਘਰ ਛੱਡ ਦਿੱਤਾ। ਪਿੰਡ ਦੇ ਲੋਕ ਤੇ ਰੋਜ਼ ਪਰੇਸ਼ਾਨ ਕਰਨਗੇ ਵੀ ਵੱਡਾ ਸਾਧੂ ਬਣ ਗਿਆ, ਕੱਲ੍ਹ ਤੱਕ ਤੇ ਸਾਡੇ ਨਾਲ ਆ ਭਾਰ ਢੋਂਦਾ ਹੁੰਦਾ ਸੀ, ਆ ਕੰਮ ਕਰਦਾ ਹੁੰਦਾ ਸੀ, ਇੱਥੇ ਨੇ ਬੇਈਮਾਨੀ ਕੀਤੀ, ਇੱਥੇ ਨੇ ਆਹ ਕੀਤਾ। ਫਿਰ ਅਗਲਾ ਸੋਚਦਾ ਹੈ ਆਪਾਂ ਇਹ ਏਰੀਆ ਹੀ ਛੱਡ ਜਾਂਦੇ ਹਾਂ। ਇੱਕ ਮੁਸ਼ਕਿਲ ਤੇ ਹੱਲ ਹੋਵੇ, ਜਿੱਥੇ ਆਪਾਂ ਨੂੰ ਕੋਈ ਨਾ, ਸਾਡੇ ਕੋਈ ਬੈਕਗਰਾਊਂਡ ਨਾ ਸਮਝੇ, ਜਿੱਥੇ ਸਾਨੂੰ ਕੋਈ ਮਿਹਣਾ ਨਾ ਦੇਵੇ, ਉੱਥੇ ਭਾਵੇਂ ਆਪਣੀ ਕਮਾਈ ਕੋਈ ਹੋਵੇ ਜਾਂ ਨਾ ਹੋਵੇ, ਘੱਟੋ ਘੱਟ ਲੋਕ ਰਿਸਪੈਕਟ ਤੇ ਕਰਨਗੇ ਨਾ ਪਹਿਰਾਵਾ ਵੇਖ ਕੇ। ਘੱਟੋ ਘੱਟ ਲੋਕ ਇਹ ਤਾਂ ਸਮਝਣਗੇ ਨਾ ਵੀ ਚਲੋ ਜੇ ਕੋਈ ਸਾਨੂੰ ਬਹੁਤੀ ਇੱਜ਼ਤ ਨਹੀਂ ਦੇਵੇਗਾ ਤਾਂ ਕੋਈ ਮਿਹਣਾ ਵੀ ਤੇ ਨਹੀਂ ਮਾਰੇਗਾ ਨਾ। ਫਿਰ ਲੰਮੀਆਂ ਯਾਤਰਾਵਾਂ ਸ਼ੁਰੂ ਹੋ ਗਈਆਂ, ਕਿਉਂਕਿ ਜਿਨ੍ਹਾਂ ਮੰਡਲੀਆਂ 'ਚ ਰਲੇ ਉਹਨਾਂ ਕਿ ਇੱਕ ਜਗ੍ਹਾ ਰੁਕਣਾ ਨਹੀਂ, ਜਿੱਥੇ ਰੁਕੇ ਉੱਥੇ ਹੀ ਤੁਹਾਡਾ ਪਰਿਵਾਰ ਵਰਗਾ ਮੋਹ ਬਣ ਜਾਣਾ। ਜਿਸ ਜਗ੍ਹਾ 'ਤੇ ਤੁਸੀਂ ਟਿਕਾਣਾ ਬਣਾ ਲਿਆ, ਉੱਥੇ ਆਲੇ ਦੁਆਲੇ ਲੋਕ ਤੁਹਾਨੂੰ ਜਾਣਨ ਲੱਗ ਜਾਣਗੇ, ਤੁਹਾਡੀ ਉਹਨਾਂ ਨਾਲ ਸਾਂਝ ਵੱਧ ਜਾਏਗੀ, ਤੁਹਾਡੀ ਇੱਕ ਖਿੱਚ ਮੋਹ ਵਾਲੀ ਬਣ ਜਾਏਗੀ। ਇਸੇ ਤਕਲੀਫ ਵਿੱਚੋਂ ਹੀ ਤਾਂ ਤੁਸੀਂ ਅੱਗੇ ਨਿਕਲੇ ਹੋ। ਅਤੇ ਜੇ ਫਿਰ ਦੁਬਾਰਾ ਮੋਹ ਵਾਲੀ ਸਿਚੁਏਸ਼ਨ ਕ੍ਰੀਏਟ ਕਰ ਲਈ, ਫਿਰ ਦੁਬਾਰਾ ਅਟੈਚਮੈਂਟ ਪੈ ਗਈ, ਥਾਂ ਨਾਲ ਪੈ ਗਈ, ਜਗ੍ਹਾ ਨਾਲ ਪੈ ਗਈ, ਆਲੇ ਦੁਆਲੇ ਦੇ ਲੋਕਾਂ ਨਾਲ ਪੈ ਗਈ, ਅਤੇ ਤੁਸੀਂ ਫਿਰ ਫਸ ਜਾਓਗੇ ਇਸ ਜੰਜਾਲ ਵਿੱਚ। ਇਸ ਕਰਕੇ ਚੱਲਦੇ ਰਹੋ, ਇੱਕ ਜਗ੍ਹਾ ਤੋਂ ਦੂਜੀ, ਦੂਜੀ ਤੋਂ ਤੀਜੀ, ਤੀਜੀ ਤੋਂ ਚੌਥੀ। ਨਾ ਜਗ੍ਹਾ ਨਾਲ ਮੋਹ ਪਵੇ, ਨਾ ਉਸ ਥਾਂ ਨਾਲ ਅਟੈਚਮੈਂਟ ਬਣੇ, ਅਤੇ ਨਾ ਆਲੇ ਦੁਆਲੇ ਦੇ ਲੋਕਾਂ ਨਾਲ ਤੁਹਾਡੀ ਕੋਈ ਜਾਣ ਪਛਾਣ ਹੋਵੇ। ਤੁਸੀਂ ਅਣਜਾਣ ਵਿਅਕਤੀ ਬਣ ਕੇ ਵਿਚਰਦੇ ਰਹਿਣਾ ਲਗਾਤਾਰ। ਔਰ ਬਹੁਤੇ ਸਾਧੂ ਐਸੇ ਸਨ ਜਿਹੜੇ ਆਪਣੀ ਮੰਡਲੀ ਦਾ ਵੀ ਥੋੜ੍ਹੇ ਚਿਰ ਬਾਅਦ ਤਿਆਗ ਕਰ ਦਿੰਦੇ ਸਨ ਵੀ ਕਿਤੇ ਇਹਨਾਂ ਨਾਲ ਵੀ ਮੋਹ ਨਾ ਪੈ ਜਾਂਦਾ ਹੋਏ। ਉਹ ਚੇਂਜ ਕਰ ਲੈਂਦੇ ਸਨ, ਇੱਕ ਜਥੇ 'ਚੋਂ ਨਿਕਲੇ ਦੂਜੇ 'ਚ, ਤੀਜੇ, ਚੌਥੇ 'ਚ, ਇਸ ਤਰ੍ਹਾਂ ਉਹ ਇਕੱਲੇ ਇਕੱਲੇ ਵੀ ਹੋ ਜਾਂਦੇ ਸਨ। ਤਕਲੀਫ ਇਹ ਸੀ ਵੀ ਸਾਡੀ ਅਟੈਚਮੈਂਟ ਕਿਸੇ ਚੀਜ਼ ਨਾਲ ਬਣਨੀ ਨਹੀਂ ਚਾਹੀਦੀ। ਹੁਣ ਜਿਨ੍ਹਾਂ ਬੰਦਿਆਂ ਨੇ ਆਪਣੇ ਅੰਦਰ ਨੂੰ ਇਸ ਕਦਰ ਹਰ ਤਰ੍ਹਾਂ ਦੇ ਕਿਸੇ ਨਾਲ ਜੋੜ, ਮੇਲ, ਸਾਂਝ ਤੋਂ ਬਿਲਕੁਲ ਤੋੜ ਲਿਆ ਹੋਵੇ, ਹੁਣ ਉਹਨਾਂ ਸਾਹਮਣੇ ਕੋਈ ਜ਼ੁਲਮ ਹੁੰਦਾ ਹੋਵੇ, ਧੱਕਾ ਹੁੰਦਾ ਹੋਵੇ, ਪਾਪ ਹੁੰਦਾ ਹੋਵੇ, ਉਹ ਕਹਿਣਗੇ ਜਦੋਂ ਸਾਡਾ ਕੋਈ ਤੁਹਾਡੇ ਨਾਲ ਰਿਲੇਸ਼ਨ ਨਹੀਂ, 100 ਦੁੱਖ, ਇਹਨਾਂ ਦੁੱਖਾਂ ਦੇ ਮਾਰੇ ਤੇ ਅਸੀਂ ਸਾਰਾ ਕੁਝ ਛੱਡਿਆ, ਅਤੇ ਅਸੀਂ ਤੁਹਾਡੀਆਂ ਇਹਨਾਂ ਮੁਸ਼ਕਿਲਾਂ ਦੇ ਨਾਲ ਹੁਣ ਕਿਉਂ ਸਿੱਝੀਏ? ਜੇ ਅਸੀਂ ਇਹਨਾਂ ਮੁਸ਼ਕਿਲਾਂ ਨੂੰ ਹੀ ਫੇਸ ਕਰਨਾ ਹੁੰਦਾ ਤੇ ਸਾਡੇ ਟੱਬਰ 'ਚ ਥੋੜ੍ਹੀਆਂ ਸਨ ਜਿਨ੍ਹਾਂ ਨੂੰ ਅਸੀਂ ਛੱਡ ਕੇ ਆ ਗਏ। ਕੋਈ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਵੇਖੋ ਰਾਜੇ ਜ਼ੁਲਮ ਕਰਦੇ, ਉਹ ਕਹਿੰਦੇ ਅਸੀਂ ਕਰੀਏ। ਇਹ ਜ਼ੁਲਮ ਤੇ ਉਦੋਂ ਵੀ ਹੁੰਦੇ ਸਨ ਜਦੋਂ ਅਸੀਂ ਆਪਣੇ ਟੱਬਰ 'ਚ ਰਹਿੰਦੇ ਸਾਂ, ਇਸੇ ਕਰਕੇ ਤੇ ਛੱਡਿਆ। ਤੇ ਹੁਣ ਉਹਨਾਂ ਦੀ ਸੁਣੋ ਜੇ ਹਟ ਗਏ ਆ ਤੇ ਤੁਹਾਡੀ ਕਿਉਂ ਸੁਣੀਏ? ਤੁਹਾਡੇ ਨਾਲ ਸਾਡਾ ਰਿਲੇਸ਼ਨ ਵੀ ਕੀ ਹੈ? ਆਪਣੀ ਨਿੱਜੀ ਗਰਜ ਕੀ ਹੈ? ਹੁਣ ਤੁਸੀਂ ਕਹੋਗੇ ਜਿਹਨੇ ਘਰ ਛੱਡ ਦਿੱਤਾ ਉਹਦੀ ਗਰਜ ਕੀ? ਗਰਜ ਇਹ ਹੈ ਮੈਨੂੰ ਮੁਕਤੀ ਮਿਲ ਜਾਏ, ਮੈਨੂੰ ਹੋਰ ਕੁਝ ਨਹੀਂ ਚਾਹੀਦਾ। ਇਹ ਵੀ ਗਰਜ ਹੀ ਹੈ, ਇਹ ਵੀ ਇੱਕ ਸਵਾਰਥ ਹੀ ਹੈ ਜਿਹਨੂੰ ਪਾਲ ਕੇ ਬੰਦਾ ਦਇਆਹੀਨ ਹੋ ਕੇ, ਤਰਸਹੀਨ ਹੋ ਕੇ, ਬਿਨਾਂ ਮਨੁੱਖਤਾ ਦਾ ਆਲੇ ਦੁਆਲੇ ਦਾ ਭਲਾ ਲੋਚੇ, ਕੇਵਲ ਆਪਣੇ ਤੱਕ ਸੀਮਤ ਹੈ ਵੀ ਮੈਂ ਮੁਕਤੀ ਹਾਸਲ ਕਰ ਲਵਾਂ, ਮੈਂ ਸਵਰਗ ਵਿੱਚ ਚਲਿਆ ਜਾਵਾਂ, ਮੇਰਾ ਇਸ ਗੇੜੇ ਤੋਂ ਛੁਟਕਾਰਾ ਪੈ ਜਾਏ। ਉਹਨੂੰ ਕਿਸੇ ਨਾਲ ਕੋਈ ਲਾਗਾ ਦੇਗਾ ਨਹੀਂ। ਉਹ ਉਹਨਾਂ ਦਾ ਜੋ ਕਮਾਉਂਦੇ ਨੇ ਉਹ ਨਿੱਜੀ ਹੈ। ਹੁਣ ਜ਼ਰਾ ਸੋਚੋ, ਜਿਸ ਨੇ ਤੁਹਾਡੇ ਉੱਤੇ ਹੁੰਦੇ ਜ਼ੁਲਮ ਲਈ ਇੱਕ ਹਾ ਦਾ ਨਾਅਰਾ ਵੀ ਜ਼ਬਾਨੀ ਨਹੀਂ ਮਾਰਿਆ, ਇਕੱਲੇ ਬਹਿ ਕੇ ਵੀ, ਉਹਦੇ ਗੋਡੀਆਂ ਹੱਥ ਲਾ ਕੇ ਦੁਨੀਆ ਸੋਚਦੀ ਹੈ ਸਾਡੇ ਦਰਿੱਦਰ ਦੂਰ ਕਰੇਗਾ, ਇਹ ਸਾਡੇ ਪਰਿਵਾਰ ਦੀਆਂ ਮੁਸ਼ਕਲਾਂ ਦਾ ਹੱਲ ਕਰੇਗਾ। ਜੇ ਉਹ ਇੰਨਾ ਕਾਬਲ ਹੁੰਦਾ ਤੇ ਆਪਣਾ ਟੱਬਰ ਛੱਡ ਕੇ ਕਿਉਂ? ਅਸੀਂ ਉਹਦੇ ਕੋਲੋਂ ਮੰਗਦੇ ਹਾਂ ਵੀ ਇਹ ਸਾਡੀ ਜ਼ਿੰਦਗੀ ਦੇ ਵਿੱਚ ਆਈ ਖੜੋਤ ਨੂੰ ਤੋੜੇਗਾ, ਸਾਡੇ ਟੱਬਰ 'ਚ ਸੁੱਖ ਸ਼ਾਂਤੀ ਲਿਆਏਗਾ। ਇਹ ਕੌਣ ਜਾਣਦਾ ਹੈ ਵੀ ਇਸੇ ਸੁੱਖ ਸ਼ਾਂਤੀ ਦੀ ਵਜ੍ਹਾ ਕਰਕੇ ਤੇ ਉਹ ਟੱਬਰ ਛੱਡ ਕੇ ਆ ਗਿਆ। ਪਰ ਸਾਡਾ ਯਕੀਨ,
ਸਾਡਾ ਉਹਦੇ ਉੱਤੇ ਇੱਕ ਭਰੋਸਾ ਵੀ ਇਹਨੇ ਕੋਈ ਕਮਾਈ ਕੀਤੀ ਹੈ। ਅਸੀਂ ਇਸ ਕਰਕੇ ਉਹਦੇ ਅੱਗੇ ਨਿਉਂਦੇ ਹਾਂ, ਝੁਕਦੇ ਹਾਂ, ਮਾਣ ਕਰਦੇ ਹਾਂ। ਪਰ ਗੁਰੂ ਸਾਹਿਬ ਜੀ ਨੇ ਆਖਿਆ ਨਹੀਂ, ਜੋ ਤੁਸੀਂ ਚਾਹੁੰਦੇ ਹੋ ਉਹ ਵਸਤ ਇਹਦੇ ਕੋਲੋਂ ਤੁਹਾਨੂੰ ਮਿਲੇਗੀ ਨਹੀਂ। ਖੈਰ ਮੈਂ ਅਗਲੀ ਗੱਲ ਕਰਾਂ। ਹਜ਼ੂਰ ਨੇ ਆਖਿਆ ਦੇਸ ਛੋੜ ਪਰਦੇਸੈ ਧਾਇਆ, ਫਿਰਿਆ ਘੁੰਮਿਆ, ਧਰਤੀ ਦੇ ਉੱਤੇ ਯਾਤਰਾ ਕੀਤੀ ਬਹੁਤ। ਪਰ ਹਜ਼ੂਰ ਨੇ ਜਿਹੜਾ ਨਿਰਣਾ ਕੱਢਿਆ ਉਹ ਹੈ ਪੰਚ ਚੰਡਾਲ ਨਾਲੇ ਲੈ ਆਇਆ। ਜਿਹੜੀ ਮਨੋਬਿਰਤੀ ਦੇ ਵਿੱਚ ਜਿਹੜੀਆਂ ਚੀਜ਼ਾਂ ਸੁਰਤ ਵਿੱਚ ਪਹਿਲਾਂ ਸਨ ਨਾ, ਪਹਿਲਾਂ ਕਾਮ ਸੀ, ਕ੍ਰੋਧ ਸੀ, ਲੋਭ ਮੋਹ ਹੰਕਾਰ ਦੇ ਵਿੱਚੋਂ ਪੈਦਾ ਹੋਈਆਂ ਉਹ ਜਿਹੜੀਆਂ ਆਤਮਿਕ ਬਿਮਾਰੀਆਂ ਸਨ, ਈਰਖਾ, ਦਵੈਸ਼, ਭੇਦ ਭਾਵ ਤੇ ਨਫ਼ਰਤ ਦਾ ਪਸਾਰਾ ਜਿਹੜਾ ਪਹਿਲਾਂ ਸੀ ਸੁਰਤ ਵਿੱਚ, ਹੁਣ ਵੀ ਉਹੀ, ਪਰ ਉਹਦਾ ਥੋੜਾ ਰੂਪ ਬਦਲ ਗਿਆ, ਉਹਦਾ ਥੋੜਾ ਰੂਪ ਬਦਲ ਗਿਆ। ਇਸ ਕਰਕੇ ਬਹੁਤਿਆਂ ਨੂੰ ਲੱਗਦਾ ਹੀ ਨਹੀਂ ਵੀ ਇਹ ਸੰਸਾਰਕ ਲੋਕਾਂ ਵਰਗੀ ਡਿਜ਼ੀਜ਼ ਹੈ, ਬਿਮਾਰੀ ਹੈ, ਕਿਉਂਕਿ ਉਸ ਬਿਮਾਰੀ ਦੇ ਉੱਤੇ ਇੱਕ ਲੇਬਲ ਲੱਗ ਗਿਆ, ਮਰਿਆਦਾ ਦਾ, ਪਹਿਰਾਵੇ ਦਾ, ਮੈਂ ਕਮਾਈ ਵਾਲਾ ਹਾਂ, ਇਹ ਚੀਜ਼ ਦਾ। ਉਹ ਲੇਬਲ ਦੇ ਥੱਲੇ ਜ਼ਹਿਰ ਉਹੀ ਵੇਖ ਰਿਹਾ, ਮਨੋ ਸ਼ੀਸ਼ੀ ਬਦਲ ਗਈ, ਉਹਦੇ ਤੇ ਲੱਗਾ ਹੋਇਆ ਟੈਗ ਬਦਲ, ਲੇਬਲ ਬਦਲ ਗਿਆ। ਮੈਂ ਉਦਾਹਰਣ ਦੇਣਾ, ਤੁਹਾਨੂੰ ਬਾਹਰ ਕੋਈ ਭੇਦਭਾਵ ਕਰੇ ਕਿਸੇ ਕਾਰਨ, ਤੁਸੀਂ ਉਹਨੂੰ ਕਹੋਗੇ ਰੇਸਿਸਟ ਹੈ, ਤੁਸੀਂ ਕਹੋਗੇ ਬੰਦਾ ਜਾਂ ਤਾਂ ਈਗੋ ਦਾ ਸ਼ਿਕਾਰ ਹੈ ਜਾਂ ਨਫ਼ਰਤ ਦਾ ਸ਼ਿਕਾਰ ਹੈ। ਅੱਛਾ, ਜੇ ਅਸੀਂ ਆਪਣੇ ਪਰਿਵਾਰ ਜਾਂ ਰਿਸ਼ਤੇਦਾਰੀ ਵਿੱਚ ਕਿਸੇ ਨਾਲ ਮੀਰੀ ਗਰੀਬੀ ਕਰਕੇ ਭੇਦਭਾਵ ਕਰੀਏ ਫਿਰ ਠੀਕ ਹੈ, ਬਿਮਾਰੀ ਤੇ ਉਹੀ ਹੈ। ਭੇਦਭਾਵ ਦਾ ਰੋਗ ਤੇ ਇੱਕੋ ਹੀ ਹੈ ਨਾ, ਉਹ ਪ੍ਰਗਟ ਵੱਖਰੇ ਵੱਖਰੇ ਰੂਪ ਵਿੱਚ ਹੁੰਦਾ। ਹੁਣ ਕੋਈ ਤੁਸੀਂ ਸਾਫ਼ ਸੁਥਰੇ ਹੋ ਕੇ ਭੋਜਨ ਬਣਾਓ, ਸਫਾਈ ਨਾਲ ਬਣਾਓ, ਤੇ ਕੋਈ ਤੁਹਾਡੇ ਹੱਥੋਂ ਇਸ ਕਰਕੇ ਹੀ ਨਾ ਪਾਣੀ ਦੀ ਘੁੱਟ ਵੀ ਨਾ ਪੀਵੇ ਵੀ ਤੁਹਾਡੀ ਮਰਿਆਦਾ ਤੇ ਰਹਿਣੀ ਮੇਰੇ ਵਰਗ ਹੈ, ਤਾਂ ਭੇਦਭਾਵ ਹੀ, ਪਰ ਲੇਬਲ ਉਹਦਾ ਚੇਂਜ ਹੋ। ਪ੍ਰੋਬਲਮ ਇੱਕੋ ਹੀ ਹੈ। ਜਿਵੇਂ ਮੈਂ ਪਿਛਲੇ ਦੀਵਾਨਾਂ ਵਿੱਚ ਇੱਕ ਉਦਾਹਰਣ ਦਿੱਤੀ ਸੀ ਨਾ, ਵੀ ਇੱਕ ਸੰਨਿਆਸੀ ਬੜਾ ਕ੍ਰੋਧੀ ਹੋ ਗਿਆ ਸੀ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਉੱਤੇ। ਉਸ ਵੇਲੇ ਉਹ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ 'ਚ ਨਹੀਂ ਸਨ ਆਏ, ਔਰ ਇਹ ਸਾਖੀ ਔਰ ਇਹਦੇ ਤੋਂ ਸਾਨੂੰ ਇੱਕ ਸਿੱਖਿਆ ਵੀ ਮਿਲਦੀ ਹੈ। ਮਹਾਰਾਜ ਨੇ ਉਹਦੀ ਸੇਵਾ ਕੀਤੀ, ਬਾਬਾ ਅਮਰਦਾਸ ਸਾਹਿਬ ਜੀ ਨੇ ਉਹਨੂੰ ਜਲ ਪਾਣੀ ਛਕਾਇਆ, ਬੜੀ ਅਦਬ ਸਤਿਕਾਰ ਕੀਤਾ ਉਹਦਾ, ਕਿਉਂਕਿ ਉਸ ਵੇਲੇ ਉਹਨਾਂ ਨੂੰ ਲੱਗਦਾ ਸੀ ਵੀ ਇਹਨਾਂ ਲੋਕਾਂ ਕੋਲ ਹੈ, ਕੁਝ ਹੈ। ਉਹਨਾਂ ਨੇ ਦਰਜਨਾਂ ਵਾਰ ਗੰਗਾ ਦੀ ਯਾਤਰਾ ਕੀਤੀ ਸੀ, ਸ਼ਾਸਤਰੀਆਂ, ਜੋਤਸ਼ੀਆਂ, ਸੰਨਿਆਸੀਆਂ, ਵੈਰਾਗੀ, ਖੋਰੇ ਕਿੰਨੇ ਕੁ ਲੋਕਾਂ ਦੇ ਕੋਲ ਇੱਕ ਭੁੱਖ ਸੀ ਅੰਦਰ ਵੀ ਮੈਂ ਕੁਝ ਜਾਣਾ, ਅਧਿਆਤਮਿਕ ਮਾਰਗ ਦਾ ਕੁਝ ਜਾਣਾ, ਕੋਈ ਸਪਿਰਿਚੁਅਲ ਲਾਈਫ ਹੈ ਜਿਹੜੀ, ਮੈਂ ਉਹਦੇ ਬਾਰੇ ਕੁਝ ਸਮਝਾਂ। ਮੈਂ ਵੀ ਕਿਤੇ ਇੱਕ ਉਹ ਭੁੱਖ ਤੇ ਜਗਿਆਸਾ ਜਿਹੜੀ ਸੀ ਉਹ ਕਾਬਿਲੇ ਤਾਰੀਫ ਸੀ, ਉਹਦਾ ਕੋਈ ਤੋੜ ਨਹੀਂ। ਪਰ ਜਿਸ ਤਲ ਤੋਂ ਬਾਬਾ ਅਮਰਦਾਸ ਸਾਹਿਬ ਮਹਾਰਾਜ ਸੋਚਦੇ ਸਨ, ਜਿੰਨਿਆਂ ਕੋਲੋਂ ਵੀ ਉਹਨਾਂ ਸੇਧ ਲੈਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਇਹੋ ਹੀ ਪਾਇਆ ਵੀ ਇਹ ਤਾਂ ਮੇਰੇ ਤੋਂ ਵੀ ਥੱਲੇ ਫਿਰਦੇ ਨੇ। ਉਹ ਪ੍ਰੋਬਲਮ, ਉਹ ਮੁਸ਼ਕਲਾਂ, ਉਹ ਉਲਝਣਾਂ ਤੇ ਇਹਨਾਂ ਦੇ ਜੀਵਨ 'ਚੋਂ ਅਜੇ ਵੀ ਨਹੀਂ ਘਟੀਆਂ। ਇਹ ਮੈਨੂੰ ਕੀ ਦੇਣਗੇ? ਤਾਂ ਬੜੇ ਸਤਿਕਾਰ ਨਾਲ ਭੋਜਨ ਛਕਾਇਆ, ਜਲ ਪਾਣੀ ਛਕਾਇਆ। ਜਦੋਂ ਅਗਲੇ ਨੇ ਪੁੱਛਿਆ ਤੁਹਾਡਾ ਗੁਰੂ ਕੌਣ, ਗੁਰੂ ਧਾਰਨ ਕੀਤਾ, ਆਖਿਆ ਜੀ ਮੈਨੂੰ ਤਾਂ ਇਹਦੇ ਬਾਰੇ ਕੋਈ ਪਤਾ ਹੀ ਨਹੀਂ। ਇਹ ਵੀ ਕੋਈ ਗੱਲ ਹੁੰਦੀ ਹੈ? ਕਹਿਣ ਲੱਗੇ ਅੱਛਾ ਤੂੰ ਅਜੇ ਤੱਕ ਨਿਗੁਰਾ ਹੈ? ਕਹਿੰਦੇ ਜੀ ਮੈਨੂੰ ਨਹੀਂ ਪਤਾ ਵੀ ਇਹਦੀ ਵੀ ਲੋੜ ਹੁੰਦੀ ਹੈ ਕੋਈ। ਕਹਿੰਦੇ ਤੂੰ ਤਾਂ ਮੇਰਾ ਧਰਮ ਭ੍ਰਿਸ਼ਟ ਕਰ ਦਿੱਤਾ ਹੈ, ਤੇਰੇ ਹੱਥੋਂ ਇੱਕ ਨਗੁਰੇ ਉੱਥੋਂ ਪਾਣੀ ਪੀ ਕੇ, ਪ੍ਰਸ਼ਾਦਾ ਛਕ ਕੇ ਮੇਰਾ ਦੀਨ ਭ੍ਰਿਸ਼ਟਿਆ ਗਿਆ। ਤੂੰ ਪਹਿਲਾਂ ਦੱਸਣਾ ਸੀ। ਜਿਸ ਕ੍ਰੋਧ ਵਿੱਚ, ਜਿਸ ਨਫ਼ਰਤ ਵਿੱਚੋਂ ਇਹ ਬੋਲ ਨਿਕਲੇ ਸਨ, ਬਾਬਾ ਅਮਰਦਾਸ ਸਾਹਿਬ ਨੇ ਜਾਣ ਲਿਆ ਵੀ ਇਹ ਸਿੰਬਲ ਰੋਖੀ ਹੈ। ਵੀ ਜੇ ਮੰਨ ਲਓ ਵੀ ਜੇ ਸੰਨਿਆਸੀ ਨੂੰ ਕੋਈ ਪੁੱਛੇ ਵੀ ਤੂੰ ਤਾਂ ਗੁਰੂ ਧਾਰਨ ਕੀਤਾ ਤੇ ਤੇਰਾ ਗੁਰੂ ਤਵ, ਤੇਰੀ ਸਿੱਖੀ ਜੇ ਇੰਨੀ ਕੱਚੀ ਹੈ ਵੀ ਕਿਸੇ ਦੇ ਹੱਥੋਂ ਪਾਣੀ ਪੀ ਕੇ ਟੁੱਟ ਜਾਂਦੀ ਹੈ, ਤੇ ਇਹੋ ਜਿਹੀ ਸਿੱਖੀ ਦਾ ਤੂੰ ਕਰਨਾ ਕੀ ਹੈ? ਇਹ ਤੈਨੂੰ ਕਿਸੇ ਤਣ ਪਤਨ ਲਾ ਕਿਵੇਂ ਦੇਗੀ? ਤੂੰ ਜਿਸ ਗੁੱਸੇ ਵਿੱਚੋਂ ਬੋਲਿਆ, ਜਿਸ ਕ੍ਰੋਧ ਵਿੱਚੋਂ, ਤੂੰ ਦੁਨੀਆ ਨੂੰ, ਤੂੰ ਉਹਨਾਂ ਡੁੱਬਿਆਂ ਹੋਇਆਂ ਨੂੰ ਕਿਵੇਂ ਗੱਲ ਨਾਲ ਲਾ ਲਏਗਾ ਜਿਨ੍ਹਾਂ ਲੋਕਾਂ ਨੂੰ ਤੇਰੀ ਜ਼ਰੂਰਤ ਹੈ? ਇਹ ਤਾਂ ਉਵੇਂ ਦੀ ਗੱਲ ਹੈ ਵੀ ਕੋਈ ਬੰਦਾ ਡਾਕਟਰ ਵੀ ਬਣ ਜਾਏ ਤੇ ਡਾਕਟਰ ਹੋਣ ਦਾ ਦਾਅਵਾ ਵੀ ਕਰੇ ਤੇ ਮਰੀਜ਼ ਨੂੰ ਆਖੇ ਵੀ ਤੂੰ ਮੇਰੇ ਤੋਂ ਇੰਨੇ ਫੁੱਟ ਦੂਰ ਰਹਿਣਾ, ਵੀ ਮੈਂ ਛੂਤ ਦੇ ਰੋਗੀ ਦੇ ਨੇੜੇ ਨਹੀਂ ਜਾਂਦਾ, ਤੇ ਟ੍ਰੀਟਮੈਂਟ ਕੌਣ ਕਰੇਗਾ?
ਉਹਦਾ ਤੇ ਫਰਜ਼ ਬਣਦਾ ਹੈ ਉਹ ਉਸ ਨੂੰ ਹਰ ਤਰੀਕੇ ਦੇ ਨਾਲ ਸੁਵਿਧਾ ਪ੍ਰਦਾਨ ਕਰੇ, ਸਹੂਲਤ ਪ੍ਰਦਾਨ ਕਰੇ, ਉਸ ਨੂੰ ਮੈਂਟਲੀ ਵੀ ਅਪਸੈਟ ਹੋਣ ਤੋਂ ਬਚਾਏ ਤੇ ਫਿਜ਼ੀਕਲੀ ਵੀ, ਸਰੀਰਕ ਰੂਪ ਵੀ ਉਹਦਾ ਟ੍ਰੀਟਮੈਂਟ ਕਰੇ। ਐਸੇ ਡਾਕਟਰ ਵੀ ਹਨ ਜਿਹੜੇ ਤੁਹਾਡੇ ਨਾਲ ਗੱਲ ਐਵੇਂ ਕਰਨਗੇ ਕਿ ਤੁਹਾਨੂੰ ਤਕਲੀਫ ਭੁੱਲਣੀ ਸ਼ੁਰੂ ਹੋ ਜਾਏਗੀ। ਤੇ ਮੇਰਾ ਖਿਆਲ ਨਹੀਂ ਕੋਈ ਐਸੇ ਡਾਕਟਰ ਕੋਲ ਸਿਰ ਪੀੜ ਦੀ ਗੋਲੀ ਲੈਣ ਵੀ ਜਾਏਗਾ ਜਿਹੜਾ ਜਾਂਦਿਆਂ ਗਾਲੀ ਪੈ ਜਾਏ ਤੇ ਪਹਿਲਾਂ ਹੀ ਕਹਿ ਦੇਵੇ ਤੂੰ ਨਹੀਂ ਠੀਕ ਹੋ ਸਕਦਾ, ਤੇਰਾ ਮਰਨਾ ਤੈਅ ਹੈ। ਆਪਾਂ ਆਖਾਂਗੇ ਇਸ ਪਾਗਲ ਨੂੰ ਡਾਕਟਰ ਕਿਹਨੇ ਬਣਾਇਆ, ਨੂੰ ਤਾਂ ਬੋਲਣ ਦੀ ਤਮੀਜ਼ ਵੀ ਨਹੀਂ, ਇਹਨੂੰ ਪਤਾ ਹੀ ਨਹੀਂ ਵੀ ਇੱਕ ਬਿਮਾਰ ਆਦਮੀ ਦੇ ਨਾਲ, ਇੱਕ ਪੀੜਾ ਗ੍ਰਸਤ ਬੰਦੇ ਦੇ ਨਾਲ ਕਿਵੇਂ ਬਿਹੇਵ ਕੀਤਾ ਜਾਂਦਾ ਹੈ, ਕਿਵੇਂ ਵਿਹਾਰ ਕੀਤਾ ਜਾਂਦਾ ਹੈ। ਇਹ ਕਿਸੇ ਨੂੰ ਕੀ ਦਏਗਾ? ਚਲੋ ਉਹ ਤਾਂ ਡਾਕਟਰ ਹੈ। ਤੁਸੀਂ ਵੈਸੇ ਕਿਸੇ ਸਧਾਰਨ ਦੁਕਾਨ 'ਤੇ ਚਲੇ ਜਾਓ, ਅਗਲਾ ਤੁਹਾਡੇ ਨਾਲ ਬੜੀ ਈਗੋ ਨਾਲ ਬੋਲੇ, ਤੁਸੀਂ ਵਾਪਸ ਆ ਜਾਓ। ਅਸੀਂ ਸੌਦਾ ਸਾਨੂੰ ਦੂਜੇ ਸ਼ਹਿਰੋਂ ਲਿਆਉਣਾ ਮਨਜ਼ੂਰ ਹੈ, ਇਹਦੇ ਕੋਲ ਨਹੀਂ ਆਉਣਾ। ਅਸੀਂ ਪੈਸੇ ਖਰਚਣੇ ਹੈ, ਇਹਦਾ ਕੋਈ ਕਰਜ਼ਾ ਤੇ ਨਹੀਂ ਨਾ ਦੇਣਾ। ਵਿਹਾਰ ਸਭ ਤੋਂ ਉੱਤਮ ਚੀਜ਼ ਹੈ। ਭਾਈ ਗੁਰਦਾਸ ਜੀ ਨੇ ਕਿਹਾ 36 ਪ੍ਰਕਾਰ ਦੇ ਪਕਵਾਨ ਤੁਹਾਡੇ ਸਾਹਮਣੇ ਰੱਖ ਕੇ ਕੋਈ ਤੇ ਕਸੈੜੇ ਬੋਲ ਦੇਵੇ ਦੋ, 36 ਪ੍ਰਕਾਰ ਦੇ ਪਕਵਾਨਾਂ ਦਾ ਸਵਾਦ ਮਿੱਟੀ ਹੋ ਜਾਏਗਾ। ਕੋਈ ਪ੍ਰੇਮ ਭਰੀ ਬੋਲੀ ਦੇ ਨਾਲ, ਚੰਗੇ ਵਿਹਾਰ ਨਾਲ ਰੁੱਖੀ ਰੋਟੀ ਤੁਹਾਡੀ ਤਲੀ ਤੇ ਰੱਖ ਦੇਵੇ ਲੂਣ ਪਾ ਕੇ, ਉਹਦਾ ਆਨੰਦ 36 ਪ੍ਰਕਾਰ ਦੇ ਪਕਵਾਨਾਂ ਨੂੰ ਮਾਤ ਪਾ ਜਾਏਗਾ। ਇਸ ਕਰਕੇ ਉਹਨਾਂ ਨੇ ਕਿਹਾ ਮਧੁਰ ਦਾ ਅਰਥ ਹੁੰਦਾ ਹੈ ਮਿੱਠਾ। ਮਧੁਰ ਬੋਲਾਂ ਦੇ ਸੰਸਰ ਦਾ ਅਰਥ ਹੈ ਤੁਲ, ਬਰਾਬਰ। ਪੁਜਸਨਾ ਮੱਧ ਦਾ ਮਤਲਬ ਹੈ ਸ਼ਾਇਦ ਵੀ ਉਹਦੇ ਤੁਲ ਨਹੀਂ ਪਹੁੰਚਦਾ। ਤੇ ਕੌੜੇ ਬੋਲਾਂ ਦੇ ਸਮ ਬਰਾਬਰ, ਉਹ ਕਹਿੰਦੇ ਦੁਨੀਆ ਦਾ ਕੋਈ ਜ਼ਹਿਰ ਵੀ ਹੈ ਨਹੀਂ। ਬਟ ਉਹ ਜਿਹੜੇ ਕਸੈੜੇ ਬੋਲ ਅੰਦਰੋਂ ਨਿਕਲੇ, ਕਿੱਥੋਂ ਨਿਕਲੇ? ਕ੍ਰੋਧ ਚੋਂ, ਭੇਦ ਭਾਵ ਚੋਂ, ਨਫ਼ਰਤ ਵਿੱਚੋਂ। ਸੋ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਐਸੇ ਸਾਧੂਆਂ ਦੀ ਨਹੀਂ, ਪਖੰਡੀਆਂ ਤੇ ਦੰਭੀਆਂ ਦੀ ਨਹੀਂ, ਉਹਨਾਂ ਸਾਖੀਕਾਰਾਂ ਲਿਖਿਆ ਜਿਹੜੇ ਭਗਤਾਂ ਦੇ ਪਦੇ ਗਾਉਂਦੇ ਸਨ। ਭਗਤ ਰਵਿਦਾਸ ਜੀ ਮਹਾਰਾਜ ਦੇ, ਭਗਤ ਨਾਮਦੇਵ ਸਾਹਿਬ ਮਹਾਰਾਜ ਦੇ, ਕਬੀਰ ਸਾਹਿਬ ਜੀ ਦੇ, ਉਹ ਪਦੇ ਗਾਇਆ ਕਰਦੇ ਸਨ। ਗੁਰੂ ਸਾਹਿਬ ਉਹਨਾਂ ਦੀ ਸਹਾਇਤਾ ਕਰਦੇ ਸਨ ਤੇ ਵੱਧ ਚੜ ਕੇ ਇਹਨਾਂ ਦੇ ਉਪਦੇਸ਼ ਦਾ ਪ੍ਰਚਾਰ ਕਰੋ, ਉਹਨਾਂ ਨੂੰ ਆਪਣੇ ਕੋਲੋਂ ਸਹਾਇਤਾ ਵੀ ਕਰ ਦਿੰਦੇ। ਖੈਰ ਇਹ ਕਥਾ ਇੱਕ ਥੋੜੀ ਜਿਹੀ ਲਮੇਰੀ ਹੈ, ਵੱਖਰੇ ਪੱਖ ਦੀ ਹੈ। ਤੋ ਇਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਉਹਨਾਂ ਭਗਤਾਂ ਦਾ ਰਾਹ ਟੋਂਦੇ ਰਹੇ ਔਰ ਉਹਨਾਂ ਥਾਵਾਂ ਤੇ ਜਾ ਕੇ ਉਹਨਾਂ ਦੀ ਬਾਣੀ ਇਕੱਤਰ ਕਰਕੇ ਲਿਆਏ ਔਰ ਭਗਤ ਨਾਮਦੇਵ ਸਾਹਿਬ ਦੇ 61 ਸ਼ਬਦ ਉਹਨਾਂ ਨੇ ਆਪਣੀ ਬਾਣੀ ਨਾਲ ਦਰਜ ਕਰਕੇ ਉਹਨਾਂ ਨੂੰ ਮਾਣ ਤੇ ਸਨਮਾਨ ਬਖਸ਼ਿਆ। ਸੋ ਐਸੇ ਮਹਾਂਪੁਰਖ ਦਾ ਇਹ ਬੋਲ ਹੈ, ਸ਼ਬਦ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 874 ਰਾਗ ਗੋਂਡ ਦੇ ਵਿੱਚ ਇਹ ਸ਼ਬਦ ਹੈ। ਰਹਾਉ ਦੇ ਬੰਦ ਵਿੱਚ ਫਰਮਾਉਂਦੇ ਹਨ, ਮੱਛੀ ਬਿਨਾਂ ਪਾਣੀ ਤੋਂ ਜਿਵੇਂ ਤੜਫਦੀ ਹੈ, ਨਾਮਦੇਵ ਦੀ ਆਤਮਕ ਮਾਨਸਿਕ ਹਾਲਤ ਵੀ ਹੈ ਮੇਰੇ ਵਾਹਿਗੁਰੂ ਪਰਮੇਸ਼ਰ, ਤੇਰੀ ਯਾਦ ਤੇਰੇ ਗੁਣਾਂ ਤੋਂ ਬਿਨਾਂ ਕੁਝ ਇਸ ਤਰ੍ਹਾਂ ਦੀ ਹੀ ਹੋ ਜਾਂਦੀ ਹੈ। ਪਾਣੀਆਂ ਬਿਨ ਮੀਨ ਤਲਫੈ। ਹੁਣ ਤੁਸੀਂ ਵੇਖੋ, ਵਿਸਰਾਮ ਨੂੰ ਜੇ ਅੱਗੇ ਪਿੱਛੇ ਮਾੜਾ ਜਿਹਾ ਕਰ ਦਿਓ, ਸਾਰੀ ਕਥਾ ਹੀ ਉਲਟ ਹੋ ਜਾਏਗੀ। ਪਾਣੀਆਂ ਬਿਨ ਮੀਨ ਤਲਫੈ, ਪਾਣੀ ਬਿਨਾਂ ਮੱਛੀ ਤੋਂ ਤੜਫਦਾ ਹੈ? ਨਹੀਂ, ਮੱਛੀ ਬਿਨਾਂ ਪਾਣੀ ਤੋਂ ਤੜਫਦੀ। ਜਦੋਂ ਅਸੀਂ ਇਹ ਕਹਦੇ ਨਾ ਸਾਨੂੰ ਕੁਝ ਸਿੱਖਣ ਦੀ ਲੋੜ ਨਹੀਂ, ਉਦੋਂ ਇਹੋ ਕੁਝ ਹੀ ਵਾਪਰਦਾ। ਤੋ ਜਦੋਂ ਅਸੀਂ ਇਹ ਵੀ ਕਹਿ ਦਿੰਦੇ ਹਾਂ ਨਾ ਵੀ ਬਾਣੀ ਪੜ੍ਹਨੀ ਜਿਹੜੀ ਹੈ, ਬਾਣੀ ਪੜ੍ਹਨਾ ਬਹੁਤ ਸੌਖਾ ਕਾਰਜ ਹੈ, ਮੈਂ ਇਹ ਵੀ ਬੇਨਤੀ ਕਰਾਂ, ਤੇ ਔਖਾ ਵੀ ਹੈ। ਔਖਾ ਇਸ ਕਰਕੇ ਜੇ ਤੁਹਾਨੂੰ ਪਤਾ ਕੁਝ ਨਹੀਂ, ਤੁਸੀਂ ਦੌੜ ਵਿੱਚ ਹੋ ਵੀ ਪੂਰਾ ਕਰਨਾ ਹੈ ਸਾਰਾ ਕੁਝ, ਤੇ ਫਿਰ ਤਾਂ ਬਹੁਤ ਔਖਾ ਹੈ। ਫਿਰ ਤਾਂ ਅਸੀਂ ਦੌੜ ਵਿੱਚ ਹਾਂ ਤੇ ਸਾਨੂੰ ਇਹ ਹੁੰਦਾ ਵੀ ਸਾਡੀ ਜਗ੍ਹਾ ਆ ਜਾਏ ਤੇ ਅਸੀਂ ਖਤਮ ਕਰੀਏ। ਤੇ ਸੌਖਾ ਇਸ ਕਰਕੇ ਵੀ ਜੇ ਤੁਹਾਨੂੰ ਪ੍ਰੇਮ ਹੈ, ਤੁਸੀਂ ਸਤਿਗੁਰੂ ਦੀ ਬਾਣੀ 'ਚੋਂ ਕੁਝ ਜਾਣਨਾ ਚਾਹੁੰਦੇ ਹੋ, ਸਤਿਗੁਰੂ ਦੀ ਬਾਣੀ 'ਚੋਂ ਕੁਝ ਗ੍ਰਹਿਣ ਕਰਨ ਦੀ ਇੱਛਾ ਹੈ, ਕੁਝ ਭੁੱਖ ਹੈ, ਜਿੰਨਾ ਵੀ ਪੜ੍ਹੋਗੇ ਸੰਤੁਸ਼ਟੀ ਦੇਵੇਗਾ, ਆਨੰਦ ਬਖਸ਼ੇਗਾ। ਤੋ ਉਚਾਰਨ ਕੀ ਹੋਏਗਾ, ਵਿਸਰਾਮ ਕੀ ਹੋਏਗਾ? ਪਾਣੀਆਂ ਬਿਨ, ਪਾਣੀ ਤੋਂ ਬਿਨਾਂ ਮੀਨ ਤਲਫ ਹੈ, ਮੱਛੀ ਤੜਫਦੀ ਹੈ। ਕਿਉਂਕਿ ਪਾਣੀ ਉਸ ਦਾ ਜੀਵਨ ਹੈ, ਉਸ ਦੇ ਜੀਵਨ ਦਾ ਆਧਾਰ ਤੇ ਆਸਰਾ ਹੈ, ਉਸ ਦੀ ਖੁਰਾਕ ਹੈ, ਉਸ ਦਾ ਸੰਸਾਰ ਹੈ, ਉਸ ਦੀ ਦੁਨੀਆ ਹੈ। ਰੱਬੀ ਪਿਆਰੇ ਦੀ ਦੁਨੀਆ ਕੀ ਹੈ? ਖੁਦਗਰਜੀ ਉਹਦੀ ਦੁਨੀਆ ਨਹੀਂ। ਇਸ ਕਰਕੇ ਉਹ ਖੁਦਗਰਜਾਂ ਦੀ ਸੋਭਾ 'ਚ ਫਿੱਟ ਨਹੀਂ ਬੈਠਦਾ। ਹੰਕਾਰ ਉਹਦਾ ਸੰਸਾਰ ਨਹੀਂ, ਇਸ ਕਰਕੇ ਹੰਕਾਰੀਆਂ ਨਾਲ ਉਹਦੀ ਤਣ ਜਾਂਦੀ ਹੈ, ਖੜਕ ਜਾਂਦੀ ਹੈ।
ਹਉਮੈ ਨਾਵੇਂ ਨਾਲ ਵਿਰੋਧ ਹੈ। ਹੰਕਾਰੀ ਚਾਹੁੰਦੇ ਹੁੰਦੇ ਨੇ ਤੈਨੂੰ ਈਗੋ 'ਚ, ਸਾਡੀ ਈਗੋ 'ਚ ਕੀ ਪ੍ਰੋਬਲਮ ਹੈ? ਉਹ ਕਹਿੰਦਾ ਮੈਂ ਇਸ ਨੂੰ ਲਾਈਕ ਨਹੀਂ ਕਰਦਾ, ਇਹ ਇੱਕ ਵਿਕਾਰ ਹੈ, ਇੱਕ ਰੋਗ ਹੈ, ਇੱਕ ਬਿਮਾਰੀ ਹੈ। ਸਵਾਰਥ ਤੇ ਖੁਦਗਰਜੀ ਬਿਰਤੀ ਵਾਲਾ ਬੰਦਾ ਆਖੇਗਾ ਤੈਨੂੰ ਕੀ ਮੁਸ਼ਕਲ ਹੈ, ਮੈਂ ਲੁੱਟਾਂ ਕੁੱਟਾਂ, ਦੁਨੀਆ ਦੀ ਚੋਰੀ ਕਰਾਂ, ਠੱਗੀ ਮਾਰਾਂ, ਤੈਨੂੰ ਕੀ ਪ੍ਰੋਬਲਮ ਹੈ? ਉਹ ਕਹਿੰਦਾ ਗਲਤ ਹੈ। ਤੂੰ ਜਿਸ ਦੁਨੀਆ ਵਿੱਚ ਵਿਚਰ ਰਿਹਾ ਹੈ, ਤੂੰ ਜਿਸ ਸੰਸਾਰ ਵਿੱਚ ਵਿਚਰ ਰਿਹਾ ਹੈ, ਤੂੰ ਜਿਹੜਾ ਇਨਵਾਇਰਮੈਂਟ ਸਿਰਜ ਰਿਹਾ ਹੈ, ਇਹ ਤਬਾਹੀ ਲਿਆਏਗਾ। ਜਦੋਂ ਤੂੰ ਕਿਸੇ ਨੂੰ ਲੁੱਟਦਾ ਹੈ, ਆਪਣੇ ਤੋਂ ਗਰੀਬ ਨੂੰ, ਉਹਦੇ ਦਿਲ ਤੇ ਉਵੇਂ ਹੀ ਗੁਜ਼ਰਦੀ ਹੈ ਜਦੋਂ ਤੈਨੂੰ ਕੋਈ ਤਕੜਾ ਲੁੱਟ ਲਏ, ਜਦੋਂ ਤੇਰੇ ਦਿਲ ਤੇ ਉਹ ਗੁਜ਼ਰਦੀ ਹੈ। ਇਹ ਉਹਦਾ ਸੰਸਾਰ ਨਹੀਂ। ਭੇਦ ਭਾਵ ਜਦੋਂ ਨਫ਼ਰਤ ਕਿਸੇ ਨਾਲ ਹੁੰਦੀ ਹੈ ਤੇ ਉਹਦਾ ਦਿਲ ਦੁੱਖ ਉੱਠਦਾ ਹੈ। ਉਹ ਕਹਿੰਦਾ ਗਲਤ ਹੈ। ਉਹਦਾ ਸੰਸਾਰ ਹੋਰ ਹੈ। ਉਹਦਾ ਸੰਸਾਰ ਹੈ ਪਰਮੇਸ਼ਰ ਨੂੰ ਹਰ ਇੱਕ ਦੇ ਵਿੱਚ ਮਹਿਸੂਸ ਕਰਨਾ। ਉਹਦੀ ਸੁਰਤ ਦੀ ਦੁਨੀਆ ਹੀ ਵੱਖਰੀ ਹੈ, ਉਹਦਾ ਮਾਈਂਡ ਸੈਟਅਪ ਹੀ ਵੱਖਰਾ ਹੈ। ਅਸੀਂ ਜਿੱਥੇ ਜੀਂਦੇ ਹਾਂ ਉੱਥੇ ਸਾਨੂੰ ਹੰਕਾਰੀ ਹੋਣ ਦੇ ਨਾਤੇ ਹੰਕਾਰੀ ਬੰਦੇ ਜ਼ਿਆਦਾ ਪਸੰਦ ਹੋਣਗੇ, ਖੁਦਗਰਜ ਹੋਣ ਦੇ ਨਾਤੇ ਖੁਦਗਰਜ ਬੰਦੇ ਜ਼ਿਆਦਾ ਅਸੀਂ ਲਾਈਕ ਕਰਾਂਗੇ। ਜਿਹੋ ਜਿਹੀ ਸਾਡੀ ਬਿਰਤੀ ਹੋਏਗੀ ਅਸੀਂ ਉਹੋ ਜਿਹਾ ਇਨਵਾਇਰਮੈਂਟ ਸਿਰਜਦੇ ਰਵਾਂਗੇ ਤੇ ਉਸ ਇਨਵਾਇਰਮੈਂਟ ਦੇ ਵਿੱਚ ਜਿਹੜਾ ਫਿੱਟ ਬਏਗਾ ਉਹੀ ਸਾਡਾ ਹੋਏਗਾ, ਦੂਜਾ ਪਰਾਇਆ ਹੋ ਜਾਏਗਾ, ਦੂਜਾ ਸਾਨੂੰ ਫਿੱਟ ਨਹੀਂ ਬੈਠੇਗਾ। ਭਗਤ ਦੀ ਦੁਨੀਆ ਕੀ ਹੈ? ਭਗਤ ਦਾ ਸੰਸਾਰ ਕੀ ਹੈ? ਉਸ ਦਾ ਸੰਸਾਰ ਹੈ ਨਿਰੰਕਾਰ ਵਿੱਚ ਉਵੇਂ ਸਮਾਏ ਰਹਿਣਾ ਜਿਵੇਂ ਮੱਛੀ ਦਾ ਸੰਸਾਰ ਪਾਣੀ ਹੈ। ਉਹਦੇ ਅੰਦਰ ਬਾਹਰ ਆਸੇ ਪਾਸੇ ਹਰ ਜਗ੍ਹਾ ਤੇ ਪਾਣੀ ਪਾਣੀ ਹੈ, ਔਰ ਪਾਣੀ ਤੋਂ ਬਾਹਰ ਉਸ ਦੀ ਜ਼ਿੰਦਗੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਵੀ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੈ, ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਧਾਵੈ, ਨਾਦ ਕੁਰੰਕੈ ਵਿਦਿਆ ਸਨਮੁਖ ਉਠਤਾਵੈ, ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ਼ ਅਗਾਵੈ। ਇਸ ਕਰਕੇ ਉਹਨਾਂ ਦੀ ਜ਼ਿੰਦਗੀ ਨੂੰ ਉਹਨਾਂ ਦਾ ਜਿਹੜਾ ਆਈਡੀਆ ਹੈ ਜਾਂ ਉਹਨਾਂ ਦਾ ਜਿਹੜਾ ਅਨੁਭਵ ਹੈ ਜੀਵਨ ਦਾ, ਉਹ ਇਸੇ ਨੂੰ ਆਈਡੀਅਲ ਲਾਈਫ ਮੰਨਿਆ ਜਾਂਦਾ ਹੈ ਕਿ ਉਹ ਸੰਸਾਰ ਨੂੰ ਰੌਸ਼ਨੀ ਦੇਣ ਵਾਲੇ, ਸੰਸਾਰ ਦੇ ਮਾਰਗਦਰਸ਼ਕ ਨੇ, ਸੇਧ ਪ੍ਰਦਾਨ ਕਰਨ ਵਾਲੇ ਲੋਕ ਨੇ। ਉਹ ਜੁਗ ਜੁਗ ਕਿਉਂ ਜਿਉਂਦੇ ਨੇ? ਸਰੀਰਕ ਤੌਰ ਤੇ ਖਤਮ ਹੋ ਜਾਣ ਤੋਂ ਬਾਅਦ ਵੀ ਉਹ ਇਸ ਕਰਕੇ ਜਿਉਂਦੇ ਨੇ ਵੀ ਉਹਨਾਂ ਦੇ ਦਿੱਤੇ ਹੋਏ ਪ੍ਰਕਾਸ਼ ਵਿੱਚ ਤੁਰ ਕੇ ਹੀ ਸੰਸਾਰ ਦਾ ਭਲਾ ਹੋ ਸਕਦਾ ਹੈ, ਵਰਨਾ ਜਗਤ ਹਨੇਰੇ 'ਚ ਟੱਕਰਾਂ ਖਾਂਦਾ ਹੀ ਰਹੇਗਾ। ਤੋ ਨਾਮਦੇਵ ਸਾਹਿਬ ਨੇ ਆਖਿਆ ਐਸੇ ਰਾਮ ਨਾਮਾ ਬਿਨ ਬਾਪੁਰੋ ਨਾ। ਬਾਪੁਰੋ ਦਾ ਮਤਲਬ ਵਿਚਾਰਾ। ਕਹਿੰਦੇ ਮੈਂ ਵਿਚਾਰਾ ਨਾਮਦੇਵ ਤੇਰੇ ਨਾਮ ਤੋਂ ਬਿਨਾਂ, ਹੇ ਸਰਵ ਵਿਆਪੀ ਵਾਹਿਗੁਰੂ, ਤੇਰੀ ਹੋਂਦ ਦੇ ਅਹਿਸਾਸ ਤੋਂ ਬਿਨਾਂ ਇਵੇਂ ਹੀ ਆ ਜਿਵੇਂ ਮੱਛੀ ਪਾਣੀ ਤੋਂ ਬਿਨਾਂ। ਮੇਰਾ ਸੰਸਾਰ ਹੀ ਨਹੀਂ ਤੇਰੇ ਤੋਂ ਬਿਨਾਂ। ਜਿਸ ਨਾਮਦੇਵ ਜੀ ਨੂੰ ਬਣਾਇਆ ਹੀ ਇਸ ਚੀਜ਼ ਨੇ, ਘੜਿਆ ਹੀ ਇਸ ਚੀਜ਼ ਨੇ ਹੈ। ਨਾਮਦੇਵ ਸਾਹਿਬ ਜੀ ਦੀ ਕਮਾਈ ਹੀ ਇਹ ਹੈ, ਉਹਨਾਂ ਦੀ ਦੁਨੀਆ ਹੀ। ਅਸੀਂ ਉਹਨਾਂ ਨੂੰ ਮੰਨਦੇ, ਝੁਕਦੇ, ਸਲਾਹੁੰਦੇ, ਵਡਿਆਉਂਦੇ ਇਸੇ ਕਰਕੇ ਹਾਂ। ਇਹੀ ਉਹਨਾਂ ਦੀ ਆਇਡੈਂਟੀਟੀ ਹੈ, ਇਹੀ ਉਹਨਾਂ ਦੀ ਪਛਾਣ ਹੈ, ਇਹੀ ਉਹਨਾਂ ਦੀ ਕੁਆਲਿਟੀ ਹੈ, ਇਹੀ ਉਹਨਾਂ ਦੀ ਉਚਾਈ ਹੈ। ਤੋ ਪਹਿਲੇ ਬੰਦ ਵਿੱਚ ਫਰਮਾਉਂਦੇ ਹਨ, ਮੋਹੇ ਲਾਗਤੀ ਤਾਲਾ ਬੇਲੀ, ਬਸ਼ਰੇ ਬਿਨ ਗਾਏ ਅਕੇਲੀ। ਤਾਲਾ ਬੇਲੀ ਦਾ ਮਤਲਬ ਹੁੰਦਾ ਹੈ ਤੜਫਣ, ਅਚਵੀ, ਡਿਸਟਰਬੈਂਸ, ਜਿਸ ਨੂੰ ਆਪਾਂ ਕਹਿੰਦੇ ਹਾਂ ਨਾ ਵੀ ਅੰਦਰੋਂ ਬੰਦੇ ਦਾ ਡਿਸਟਰਬ ਹੋ ਜਾਣਾ, ਜਿੱਥੇ ਉਹਨੂੰ ਅੰਦਰੋਂ ਇੱਕ ਤੜਫਣ, ਅਚਵੀ ਮਹਿਸੂਸ ਹੁੰਦੀ ਹੈ, ਅੰਦਰ ਉਹਦੇ ਟਿਕਾ ਨਹੀਂ ਬਣਦਾ, ਉਸ ਨੂੰ ਸਮਝ ਨਹੀਂ ਆਉਂਦੀ ਵੀ ਹੋ ਕੀ ਰਿਹਾ ਮੇਰੇ ਨਾਲ। ਉਹ ਜਿਹੜੀ ਫੀਲਿੰਗ, ਉਹ ਜਿਹੜੀ ਸਿਚੁਏਸ਼ਨ ਹੈ ਸਾਡੇ ਅੰਦਰ ਦੀ, ਭਗਤ ਜੀ ਕਹਿੰਦੇ ਨੇ ਤੇਰੇ ਬਿਨਾਂ ਮੇਰੀ ਹਾਲਤ ਕੁਝ ਇਸੇ ਤਰ੍ਹਾਂ ਹੀ ਹੁੰਦੀ ਹੈ। ਮੇਰਾ ਅੰਤਰ ਆਤਮਾ ਡਿਸਟਰਬ ਹੋ ਜਾਂਦਾ ਹੈ, ਭਟਕ ਜਾਂਦਾ ਹੈ, ਤੜਫਣ ਮਹਿਸੂਸ ਕਰਦਾ ਹੈ, ਬੜੀ ਇਰੀਟੇਸ਼ਨ ਮਹਿਸੂਸ ਕਰਦਾ ਹੈ। ਤੇ ਮੇਰੀ ਹਾਲਤ ਸੇਮ ਉਵੇਂ ਦੀ ਹੈ ਜਿਵੇਂ ਜਿਸ ਗਾਂ ਦਾ ਬਛੜਾ ਉਹਨੂੰ ਨਜ਼ਰ ਨਾ ਆਏ ਤੇ ਉਹ ਕਿਵੇਂ ਉੱਚੀ ਉੱਚੀ ਹਰਾਟ ਪਾਉਂਦੀ ਹੈ, ਅੜਿੰਗਦੀ ਹੈ, ਆਪਣਾ ਰੱਸਾ ਤੜਾਉਣ ਦਾ ਯਤਨ ਕਰਦੀ ਹੈ। ਜਦੋਂ ਉਹਦੇ ਮੋਹ ਦੀਆਂ ਤੰਦਾਂ ਉਹਨੂੰ ਤਕਲੀਫ ਦਿੰਦੀਆਂ ਹਨ, ਉਹਦੀ ਅਟੈਚਮੈਂਟ ਜਿਸ ਚੀਜ਼ ਨਾਲ ਹੈ, ਜਦੋਂ ਉਹ ਅੱਖਾਂ ਦੇ ਸਾਹਮਣੇ ਨਹੀਂ ਹੁੰਦੀ ਤਾਂ ਉਸ ਨੂੰ ਕਿੰਨੀ ਬੇਚੈਨੀ ਹੁੰਦੀ ਹੈ ਕਿ ਮੇਰਾ ਬਛੜਾ ਕਿੱਥੇ ਹੈ। ਉਸ ਬੇਚੈਨੀ ਦਾ ਆਲਮ ਮੇਰੇ ਅੰਦਰ ਪ੍ਰਭਾਵ ਪਾਉਂਦਾ ਹੈ ਜਦੋਂ ਮੈਂ ਤੇਰੇ ਨਾਲੋਂ ਟੁੱਟਦਾ,
ਗੁਰੂ ਨਾਨਕ ਸਾਹਿਬ ਨੇ ਤਾਂ ਇਸ ਨੂੰ ਮੌਤ ਆਖਿਆ। ਆਖਾਂ ਜੀਵਾਂ ਵਿਸਰੈ ਮਰ ਜਾਉ। ਆਪਾਂ ਕਈ ਵਾਰ ਸੋਚਦੇ ਕਿ ਉਹੋ ਜਿਹੀ ਮੌਤ ਹੈ ਜਿਹੜੀ ਉਹਨੂੰ ਭੁੱਲ ਕੇ ਆਉਂਦੀ। ਅਸੀਂ ਤੇ ਜੀਂਦੇ ਆ ਨਾ ਸਾਰੇ, ਸਾਡੇ ਲਈ ਇਹੀ ਜੀਵਨ ਹੈ, ਨਬਜ਼ ਚੱਲ ਰਹੀ ਹੈ, ਸਾਰਾ ਕੁਝ ਅਸੀਂ ਸੋਚਦੇ ਸਾਹ ਲੈ ਰਹੇ, ਚੱਲੀ ਜਾ ਰਿਹਾ ਕਿਸੇ ਨਾ ਕਿਸੇ ਤਰੀਕੇ, ਇਹ ਤਾਂ ਜੀਵਨ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨਹੀਂ, ਤੇਰੇ ਤੋਂ ਬਿਨਾਂ ਮੈਂ ਨਹੀਂ। ਆਖਾਂ ਜੀਵਾਂ ਆਖਦਾ ਤੇ ਜਿਉਂਦਾ ਵਿਸਰੈ ਮਰ ਜਾ। ਹੁਣ ਇਹਦਾ ਬੜਾ ਗਹਿਰਾ ਭਾਵ ਹੈ ਕਿ ਪਰਮੇਸ਼ਰ ਦੀ ਯਾਦ ਤੋਂ ਬਿਨਾਂ ਗੁਰੂ ਨਾਨਕ ਐਸੇ ਹੁੰਦੇ ਜਿਸ ਗੁਰੂ ਨਾਨਕ ਪਾਤਸ਼ਾਹ ਨੂੰ ਆਪਾਂ ਜਾਣਦੇ ਹਾਂ। ਦੁਨੀਆ 'ਚ ਬੜੇ ਲੋਕ ਉਹਨਾਂ ਆਪਣਾ ਨਾਂ ਨਾਨਕ ਰੱਖਿਆ, ਮਾਂ ਬਾਪ ਨੂੰ ਚੰਗਾ ਲੱਗਿਆ, ਗੁਰੂ ਦੇ ਨਾਂ 'ਤੇ ਆਪਣੇ ਬੱਚੇ ਦਾ ਨਾਂ ਰੱਖ ਲਿਆ। ਕਈਆਂ ਨੇ ਆਪਣਾ ਨਾਂ ਅਰਜਨ ਵੀ ਰੱਖਿਆ, ਕਈਆਂ ਨੇ ਕ੍ਰਿਸ਼ਨ ਵੀ ਰੱਖਿਆ, ਕਈਆਂ ਨੇ ਗੋਬਿੰਦ ਵੀ ਰੱਖਿਆ, ਕਬੀਰ ਵੀ ਰੱਖਿਆ, ਕਈਆਂ ਨੇ ਬੱਚਿਆਂ ਦੇ ਨਾਂ ਕਬੀਰ ਰੱਖੇ। ਇਹ ਨਾਂ ਅਸੀਂ ਮਹਾਨ ਪੁਰਖਾਂ ਦੇ ਪ੍ਰਤੀ ਸ਼ਰਧਾ ਸੀ, ਸਾਡੀ ਯਕੀਨ, ਵਿਸ਼ਵਾਸ, ਪਿਆਰ ਸੀ, ਤੇ ਸਾਨੂੰ ਲੱਗਿਆ ਸਾਡੇ ਬੱਚੇ ਦੇ ਨਾਂ ਐਸੇ ਕਿਉਂ ਨਾ ਹੋਣ। ਪਰ ਮੈਂ ਜਿਹੜੀ ਉਦਾਹਰਣ ਦੇਣਾ, ਮੈਂ ਇਹ ਨਹੀਂ ਕਹਿ ਰਿਹਾ ਵੀ ਨਾਂ ਰੱਖਣਾ ਗਲਤ ਹੈ, ਪਰ ਮੈਂ ਜਿਹੜੀ ਉਦਾਹਰਣ ਦੇ ਰਿਹਾ ਕਿ ਜਿਨ੍ਹਾਂ ਦੇ ਨਾਂ ਨਾਨਕ ਰੱਖੇ ਨੇ ਸਾਰੇ ਨਾਨਕ ਹੋ ਗਏ, ਜਿਨ੍ਹਾਂ ਦੇ ਨਾਂ ਕਬੀਰ ਰੱਖੇ ਕਬੀਰ ਹੋ ਗਏ ਨਹੀਂ। ਜਿਸ ਕਬੀਰ ਜੀ ਨੂੰ ਤੁਸੀਂ ਜਾਣਦੇ ਹੋ, ਜਿਸ ਗੁਰੂ ਨਾਨਕ ਪਾਤਸ਼ਾਹ ਨੂੰ ਆਪਾਂ ਜਾਣਦੇ ਹਾਂ, ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਆਪਾਂ ਪੈਰੋਕਾਰ ਹਾਂ, ਉਹਨਾਂ ਨੂੰ ਇਹ ਰੁਤਬਾ ਪ੍ਰਦਾਨ ਕਿਹਨੇ ਕੀਤਾ ਹੈ? ਗੁਰੂ ਨਾਨਕ ਉਹਦੀ ਗੱਲ ਕਰਦੇ ਨੇ, ਉਹ ਆਖਣ ਨੇ ਕੀਤਾ ਹੈ। ਆਖਣ ਨੇ ਆਖਾਂ ਜੀਵਾਂ ਵਿਸਰੈ ਮਰ ਜਾਉ। ਭਲਾ ਜੇ ਕਬੀਰ ਸਾਹਿਬ ਜੀ ਉਸ ਪਰਮੇਸ਼ਰ ਦੀ ਇੱਕ ਸੁਰਤਾ ਹਾਸਲ ਕਰਕੇ ਐਸੀ ਆਪਣੀ ਜ਼ਿੰਦਗੀ ਨਾ ਘੜਦੇ, ਨਾ ਉਹਨਾਂ ਦੇ ਉੱਤੇ ਬਖਸ਼ਿਸ਼ ਹੁੰਦੀ, ਇਹ ਜੀਵਨ ਉਹਨਾਂ ਦਾ ਨਾ ਹੁੰਦਾ, ਤੁਸੀਂ ਫਿਰ ਵੀ ਕਬੀਰ ਜੀ ਨੂੰ ਜਾਣਦੇ ਨਹੀਂ? ਜਾਣਦੇ। ਹੋਰੇ ਉਦੋਂ ਪਹਿਲਾਂ ਵੀ ਕਈ ਮਾਵਾਂ ਨੇ ਆਪਣੇ ਪੁੱਤਾਂ ਦੇ ਨਾਂ ਕਬੀਰ ਹੀ ਰੱਖੇ ਹੋਣਗੇ। ਅਸੀਂ ਨਹੀਂ ਜਾਣਦੇ, ਅਸੀਂ ਉਸ ਕਬੀਰ ਸਾਹਿਬ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਆਖਿਆ ਤੇ ਜੀਵਿਆ। ਉਹ ਜਿਉਂਦੇ ਹਨ ਇਸ ਕਰਕੇ ਜਾਣਦੇ ਹਾਂ, ਉਹ ਜੀਵਤ ਹਨ ਇਸ ਕਰਕੇ ਸਾਡੀ ਉਹਨਾਂ ਨਾਲ ਸਾਂਝ ਹੈ, ਜਾਣ ਪਛਾਣ ਹੈ। ਤੋਂ ਅਗਲੇ ਬੰਦ ਵਿੱਚ ਫਰਮਾਉਂਦੇ ਨੇ, ਕਹਿੰਦੇ ਨੇ ਜੈਸੇ ਗਾਏ ਕਾ ਬਾਸ਼ਾ ਛੂਟਲਾ, ਥਨ ਚੋਖਤਾ ਮਾਖਨ ਘੂਟਲਾ। ਜਿਨ੍ਹਾਂ ਪਸ਼ੂ ਪਾਲੇ ਨੇ ਉਹਨਾਂ ਨੂੰ ਪਸ਼ੂਆਂ ਦੀ ਫੀਲਿੰਗ ਵੀ ਬੜੀ ਚੰਗੀ ਤਰ੍ਹਾਂ ਪਤਾ ਹੈ। ਐਸਾ ਨਹੀਂ ਫੀਲਿੰਗ ਇਕੱਲੀ ਬੰਦੇ 'ਚ ਹੀ ਹੁੰਦੀ ਹੈ, ਪਸ਼ੂਆਂ 'ਚ, ਰੁੱਖਾਂ 'ਚ ਵੀ ਹੁੰਦੀ ਹੈ। ਵਿਗਿਆਨੀ ਤਾਂ ਕਹਿੰਦੇ ਰੁੱਖ ਵਿੱਚ ਵੀ ਫੀਲਿੰਗ ਹੁੰਦੀ। ਮੇਰੇ ਇੱਕ ਦੋਸਤ ਦੱਸਦੇ ਸਨ, ਕਹਿੰਦੇ 2 ਰੁੱਖ ਸਨ ਸਾਡੇ, ਅਸੀਂ ਉਹਨਾਂ ਨੂੰ ਵੱਢਣ ਵਾਸਤੇ, ਕੈਨੇਡਾ ਨੇ, ਉਹ ਕਹਿੰਦੇ ਵੀ ਉਹਨੂੰ ਆਖਿਆ ਵੀ ਇਹਨਾਂ ਨੂੰ ਵੱਢ ਜਾਓ, ਇਹ ਸਾਡੇ ਘਰ ਦਾ ਨੁਕਸਾਨ ਕਰ ਸਕਦੇ ਨੇ। ਉਹ ਇੱਕ ਦਿਨ ਆਏ, ਉਹਨਾਂ ਨੇ ਇੱਕ ਨੂੰ ਵੱਢਿਆ ਤੇ ਦੂਜਾ ਛੱਡ ਗਏ। ਅਸੀਂ ਕਿਹਾ ਵੀ ਇਹਨੂੰ ਵੀ ਨਾਲ ਲੱਗਦਾ ਹੀ ਤੁਸੀਂ ਕੰਮ ਨਿਬੇੜ ਦਿੰਦੇ। ਕਹਿੰਦੇ ਅਜੇ ਨਹੀਂ, ਦੂਜਾ ਰੁੱਖ ਫੀਲ ਕਰੇਗਾ, ਥੋੜੇ ਚਿਰ ਬਾਅਦ ਆਵਾਂਗੇ ਅਸੀਂ, ਉਸ ਤੋਂ ਬਾਅਦ ਇਹਨੂੰ ਕੱਟਾਂਗੇ। ਅਜੀਬ ਕਿਸਮ ਦੀ ਗੱਲ ਹੈ। ਉਹ ਕਹਿੰਦੇ ਮੈਂ ਇਹ ਗੱਲ ਪਹਿਲੀ ਵਾਰ ਸੁਣੀ ਹੈ, ਆਪਾਂ ਤਾਂ ਕੁਹਾੜੀ ਚੁੱਕਦੇ ਸਾਂ ਤੇ ਵੱਢ ਕੇ ਹੀ ਹਟਦੇ ਸਾਂ, ਹੁਣ ਇਹਨੂੰ ਰਹਿਣ ਨਹੀਂ ਦੇਣਾ। ਤੇ ਇਹ ਸਾਡੀ ਬਦਕਿਸਮਤੀ ਕਹਿ ਲਓ ਕਿ ਜਿਸ ਧਰਤ ਉੱਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੁਦਰਤ ਦੇ ਗੀਤ ਗਾਏ ਹੋਣ, ਉਸ ਧਰਤ ਦੇ ਗੁਰਦੁਆਰਿਆਂ ਵਿੱਚ ਵੀ ਅਸੀਂ ਰੁੱਖ ਨਹੀਂ ਰਹਿਣ ਦਿੱਤੇ। ਪਰ ਇੱਥੇ ਤੁਸੀਂ ਵੇਖਦੇ ਹੀ ਹੋ, ਸਾਨੂੰ ਜੋ ਸਿੱਖਣਾ ਚਾਹੀਦਾ ਸੀ ਅਸੀਂ ਉਹ ਸਿੱਖ ਨਹੀਂ ਪਾਏ। ਅਸੀਂ ਸਭ ਤੋਂ ਪਹਿਲਾਂ ਇੱਥੇ ਆ ਕੇ ਪੱਬ ਦਾ ਰਾਹ ਪੁੱਛਿਆ, ਕਲੱਬ ਦਾ ਰਾਹ ਪੁੱਛਿਆ ਤੇ ਹੋਰ ਬੜੇ ਰਾਹ ਪੁੱਛੇ। ਅਸੀਂ ਜੋ ਨਾਰਮਲੀ ਇਹਨਾਂ ਲੋਕਾਂ ਨੇ ਸਾਂਭਿਆ ਉਹਨੂੰ ਤਾਂ ਅਸੀਂ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਸਾਡੇ ਧਾਰਮਿਕ ਰਾਜਨੀਤਿਕ ਆਗੂ ਵੀ ਤਾਂ ਇੱਥੇ ਫੇਰੀਆਂ ਤੇ ਆਉਂਦੇ ਹੀ ਨੇ, ਉਹ ਇਹ ਤਾਂ ਵੇਂਦੇ ਹੀ ਨਹੀਂ ਵੀ ਇੱਥੇ ਦੁਨੀਆ ਜੀਂਦੀ ਕਿਵੇਂ। ਖੌਰੇ ਉਹ ਕੀ ਆਈਡੀਆ ਲੈ ਕੇ ਜਾਂਦੇ ਨੇ, ਉਹ ਕਿਹੋ ਜਿਹੇ ਸਮਾਜ ਦਾ ਆਈਡੀਆ ਗ੍ਰਹਿਣ ਕਰਦੇ ਨੇ। ਖੈਰ ਵਾਹਿਗੁਰੂ ਸਾਨੂੰ ਸਮੱਤ ਬਖਸ਼ੇ, ਅਸੀਂ ਕੁਦਰਤ ਤੋਂ ਬਹੁਤ ਦੂਰ ਆ ਜਾਏ। ਸਾਡਾ ਧਰਮ, ਸਾਡੀ ਗੁਰੂ ਦੀ ਸਿੱਖਿਆ ਜਿਹੜੀ, ਉਹ ਸਾਨੂੰ ਕੁਦਰਤ ਵਿੱਚੋਂ ਕਾਦਰ ਵੇਖਣ ਦੀ ਹਦਾਇਤ, ਸਿੱਖਿਆ ਤੇ ਉਪਦੇਸ਼ ਦਿੰਦੀ ਹੈ। ਤਾਂ ਪਸ਼ੂਆਂ ਦੀ ਫੀਲਿੰਗ ਕੀ ਹੈ? ਤੁਸੀਂ ਬਛੜੇ ਨੂੰ, ਵੱਛੇ ਨੂੰ ਜਦੋਂ ਗਾਂ ਚੋਣ ਤੋਂ ਪਹਿਲਾਂ ਜਾਂ ਮਗਰੋਂ ਉਹਨੂੰ ਛੱਡਦੇ ਹੋ ਨਾ, ਉਹ ਦੌੜਿਆ ਚੱਲਿਆ ਜਾਂਦਾ ਹੈ। ਤੇ ਕਿੰਨੀਆਂ ਗਾਵਾਂ ਦੇ ਵਿੱਚੋਂ ਉਹ ਆਪਣੀ ਮਾਂ ਨੂੰ ਪਛਾਣਨ 'ਚ ਦੇਰੀ ਨਹੀਂ ਕਰਦਾ। ਕਮਾਲ ਦੀ ਸੰਸਨ। ਤੇ ਫਿਰ ਉਸ ਨੂੰ ਤੁਸੀਂ ਗਾਂ ਦਾ ਦੁੱਧ ਚੁੰਘਦਿਆਂ ਵੇਖੋ, ਉਹ ਥਣ ਨੂੰ ਮੂੰਹ 'ਚ ਪਾ ਕੇ ਕਿਵੇਂ ਘੁੱਟਦਾ ਹੈ, ਦੁੱਧ ਦੀਆਂ ਘੁੱਟਾਂ ਭਰਦਾ।
ਉਹਦਾ ਸਨੇਹ, ਉਹਦੀ ਮੁਹੱਬਤ, ਉਹਦੀ ਭੁੱਖ ਉਹਨੂੰ ਕਿਸ ਤਰ੍ਹਾਂ ਖਿੱਚ ਕੇ ਉੱਥੇ ਲਿਜਾਂਦੀ ਹੈ। ਭਗਤ ਨਾਮਦੇਵ ਸਾਹਿਬ ਕਹਿੰਦੇ, ਹੇ ਮੇਰੇ ਵਾਹਿਗੁਰੂ, ਤੇਰੇ ਨਾਮ, ਤੇਰੀ ਯਾਦ ਵਿੱਚ ਜੁੜਨਾ ਹੋਵੇ ਤੇ ਮੇਰੇ ਅੰਦਰ ਵੀ ਇਹੋ ਜਿਹੀ ਐਕਸਾਈਟਮੈਂਟ ਹੁੰਦੀ ਹੈ, ਖਿੱਚ ਹੁੰਦੀ ਹੈ। ਜ਼ਰਾ ਸੋਚੋ, ਆਪਾਂ ਕਦੇ ਜਪਜੀ ਸਾਹਿਬ ਪੜ੍ਹ ਇਹੋ ਜਿਹੀ ਐਕਸਾਈਟਮੈਂਟ ਹੋਈ ਕਦੇ? ਕੋਈ ਕੰਮ ਕਿਸੇ ਦਾ ਭਲਾ ਕਰਨਾ ਹੋਵੇ, ਕਦੇ ਇਸ ਤਰ੍ਹਾਂ ਐਕਸਾਈਟਡ ਹੋ ਕੇ ਆਪਾਂ ਕੀਤਾ? ਕਈ ਵਾਰ ਤਾਂ ਇਵੇਂ ਲੱਗਦਾ ਜਿਵੇਂ ਲੱਤ ਨਾਲ ਨਾ ਕਿਸੇ ਨੇ ਪੈਰ ਨਾਲ ਪੱਥਰ ਬੰਨ੍ਹ ਦਿੱਤੇ ਹੁਣ ਗੁਰਦੁਆਰੇ ਆਉਣ ਵਾਸਤੇ। ਅੱਛਾ, ਇਹਨਾਂ ਪ੍ਰੋਗਰਾਮ ਗੁਰਦੁਆਰੇ ਰੱਖਿਆ, ਚਲੋ ਚੱਲਦੇ ਹਾਂ। ਤੇ ਬੰਦੇ ਇਵੇਂ ਤੁਰਨਗੇ ਜਿਵੇਂ ਕਿਸੇ ਨੇ ਮਣਾ ਮੂੰਹ ਹੀ ਭਾਰ ਸਿਰ ਤੇ ਲੱਦ ਦਿੱਤਾ ਤੇ ਕਹਿ ਦਿੱਤਾ ਵੀ ਹੁਣ ਸਫ਼ਰ ਕਰਨਾ ਪੈਣਾ। ਬੋਝ, ਭਾਰ ਇਸੇ ਲਈ ਮੁਆਫ ਕਰਨ ਆਏ। ਮੈਂ ਸੁਣਾ ਨਹੀਂ ਰਿਹਾ, ਬਿਨਾਂ ਕਿਸੇ ਦੇ ਸੱਦੇ ਤੋਂ ਕਿੰਨੇ ਕੁ ਲੋਕ ਗੁਰਦੁਆਰੇ ਆਉਂਦੇ ਨੇ। ਕੋਈ ਲੰਗਰ ਕਰਾਵੇ ਤੇ ਆਉਂਦੇ ਨੇ, ਉੱਦਾਂ ਥੋੜ੍ਹੀ ਆਉਂਦੇ ਨੇ। ਕੋਈ ਸੱਦੇ ਤੇ ਗੁਰਦੁਆਰੇ ਆਉਣਗੇ, ਕਿਉਂਕਿ ਗੁਰਦੁਆਰਾ ਜਿਹੜਾ ਹੈ, ਅੱਛਾ ਜੇ ਉਹਨਾਂ ਲੋਕਾਂ ਨੂੰ ਜੇ ਬਾਹਰ ਕਿਤੇ ਸੱਦ ਰਹੇ ਪਾਰਕ, ਉੱਥੇ ਜਾਣਗੇ, ਗੁਰਦੁਆਰੇ ਨਹੀਂ ਆਉਣਗੇ ਬਿਨਾਂ ਸੱਦੇ ਤੋਂ। ਉਹਦੇ ਲਈ ਇਨਵੀਟੇਸ਼ਨ ਚਾਹੀਦਾ, ਇਨਵੀਟੇਸ਼ਨ। ਔਰ ਮੈਂ ਵੇਖਿਆ ਵੱਡੇ ਵੱਡੇ ਪੰਜਾਬ ਦੇ ਸ਼ਹਿਰਾਂ 'ਚ ਗੁਰਪੁਰਬ ਦੇ ਵੀ ਇਨਵੀਟੇਸ਼ਨ ਛਾਪਣ ਲੱਗ ਪਈਆਂ ਕਮੇਟੀਆਂ। ਤੇ ਮੈਂ ਇੱਕ ਸੱਜਣ ਨੂੰ ਇੱਕ ਵਾਰ ਪੁੱਛਿਆ, ਉਹਨਾਂ ਮੇਰਾ ਉੱਥੇ ਕਥਾ ਦਾ ਪ੍ਰੋਗਰਾਮ, ਮੈਂ ਕਿਹਾ ਇਹ ਕੀ? ਕਹਿੰਦੇ ਜੀ ਬਿਨਾਂ ਇਨਵੀਟੇਸ਼ਨ ਤੋਂ ਅੱਜ ਕੱਲ੍ਹ ਆਉਂਦਾ ਕੌਣ ਹੈ? ਗੁਰਪੁਰਬ ਦਾ ਵੀ ਇਨਵੀਟੇਸ਼ਨ ਚਾਹੀਦਾ। ਹੱਦ ਹੋ ਗਈ ਨਾ। ਤੇ ਮੈਂ ਕਿਹਾ ਜਿਨ੍ਹਾਂ ਨੂੰ ਇਨਵੀਟੇਸ਼ਨ ਦਿੰਦੇ ਹੋ ਉਹਨਾਂ ਦੀਆਂ ਤਾਂ ਡਿਮਾਂਡਾਂ ਹੋਰ ਵੀ ਹੋਣਗੀਆਂ। ਉਹ ਤਾਂ ਫਿਰ ਗੁਰਪੁਰਬ ਤੇ ਥੋੜ੍ਹਾ ਆ ਰਿਹਾ, ਉਹ ਤਾਂ ਪਾਰਟੀ ਤੇ ਆ ਰਿਹਾ ਨੇ। ਫਿਰ ਰਿਕੁਆਇਰਮੈਂਟ ਪੂਰੀਆਂ ਕਰੋ। ਜਿਹੜੇ ਆਏ ਹੀ ਇੰਜੋਏ ਕਰਨ, ਪਾਰਟੀ ਵੇਖਣ ਨੇ, ਗੁਰੂ ਨਾਨਕ ਸਾਹਿਬ ਦੇ ਬਰਥਡੇ ਤੇ ਪਾਰਟੀ ਵੇਖਣ ਆਏ, ਕੇਕ ਕੱਟੋ, ਹੋਰ ਵੀ ਰਿਕੁਆਇਰਮੈਂਟ ਪੂਰੀਆਂ ਕਰੋ। ਜਿਹੜੇ ਆਏ ਹੀ ਸੱਦੇ ਤੇ ਨੇ ਉਹ ਸ਼ਰਧਾ 'ਚ ਤੇ ਨਹੀਂ ਨਾ ਆਉਣਗੇ। ਸ਼ਰਧਾ ਵਾਸਤੇ ਤੁਹਾਨੂੰ ਕਿਸੇ ਵੀ ਕੋਈ ਅੰਦਰ ਡਿਮਾਂਡ ਰੱਖਣ ਦੀ ਲੋੜ ਨਹੀਂ ਪੈਂਦੀ। ਤੁਸੀਂ ਗੁਰੂ ਲਈ ਆਉਂਦੇ ਹੋ। ਜਦੋਂ ਤੁਸੀਂ ਗੁਰਬਾਣੀ ਦਾ ਗੁਟਕਾ ਸਾਹਿਬ, ਪੋਥੀ ਸਾਹਿਬ ਪੜ੍ਹਦੇ ਹੋ, ਤੁਹਾਡੇ ਅੰਦਰ ਇੱਕ ਐਕਸਾਈਟਮੈਂਟ ਜੇ ਹੈ ਤੇ ਤੁਸੀਂ ਪਾਠ ਕਰਦੇ ਹੋ, ਨਹੀਂ ਤਾਂ ਤੁਹਾਨੂੰ ਕਰਨਾ ਪੈ ਰਿਹਾ ਹੈ। ਇੰਨਾ ਕੁ ਫਰਕ ਹੁੰਦਾ ਹੈ ਬਸ। ਸਤਿਗੁਰੂ ਜੀ ਇੱਥੇ ਬਖਸ਼ਿਸ਼ ਕਰਦੇ ਹਨ, ਕਹਿੰਦੇ ਨਾਮ ਦਿਓ ਨਾਰਾਇਣ ਪਾਇਆ, ਨਾਮਦੇਵ ਜੀ ਨੇ ਨਾਰਾਇਣ ਨੂੰ ਪਾ ਲਿਆ। ਗੁਰ ਭੇਟ ਤਾਂ ਲੱਖ ਲੱਖਾ। ਗੁਰੂ ਨੂੰ ਭੇਟ, ਭੇਟ ਦਾ ਮਤਲਬ ਹੁੰਦਾ ਗੁਰੂ ਨਾਲ ਮਿਲਾਪ। ਗੁਰੂ ਦਾ ਮਿਲਾਪ ਕੀ ਹੈ? ਗੁਰੂ ਦੇ ਪ੍ਰਤੀ ਸਮਰਪਣ ਭਾਵ ਹੈ ਤੇ ਤੁਸੀਂ ਗੁਰੂ ਨੂੰ ਮਿਲੇ ਹੋ। ਗੁਰ ਲਾਗਾ ਤਬ ਜਾਨੀਐ, ਮਿਟੈ ਮੋਹ ਤਨ ਤਾਪ, ਹਰਖ ਸੋਗ ਦਾਜੈ ਨਹੀਂ ਤਬ ਹਰਾਪੈ ਆਪ। ਤੇ ਜਦੋਂ ਗੁਰੂ ਨਾਲ ਮਿਲਾਪ ਹੋਇਆ, ਗੁਰੂ ਦੇ ਨੇੜੇ ਹੋਏ ਤੇ ਕੀ ਪ੍ਰਾਪਤੀ ਹੋਈ? ਅਲੱਖ ਲਖਾਇਆ। ਅਲੱਖ ਤੋਂ ਭਾਵ ਹੈ ਜਿਹੜਾ ਬੁੱਧ ਤੋਂ ਪਰੇ, ਜਿਹੜਾ ਤੁਹਾਡੇ ਆਰਗੂਮੈਂਟ ਦਾ ਵਿਸ਼ਾ ਹੀ ਨਹੀਂ। ਉਹ ਹਸਤੀ ਜਿਹੜੀ ਤੁਹਾਡੀ ਜ਼ਬਾਨੀ ਡਿਬੇਟ ਦਾ ਟੌਪਿਕ ਹੀ ਨਹੀਂ। ਅਸੀਂ ਪਾ ਲਈਏ ਗੱਲ ਡਿਬੇਟ ਵਿੱਚ, ਪਰ ਹੈ ਨਹੀਂ ਹੈ। ਇਹ ਨਿੱਜੀ ਤੁਹਾਡੀ ਸੈਲਫ ਪ੍ਰੋਗਰੈਸ ਹੈ। ਪਹਿਲਾਂ ਤੁਹਾਡੀ ਸੈਲਫ ਪ੍ਰੈਕਟਿਸ ਹੈ, ਉਸ ਪ੍ਰੈਕਟਿਸ ਦੇ ਵਿੱਚ ਪ੍ਰੋਗਰੈਸ, ਜਿਹਨੂੰ ਆਪਾਂ ਕਹਿੰਦੇ ਨਿੱਜੀ ਅਭਿਆਸ। ਇਹ ਇਸ ਤਰ੍ਹਾਂ ਦੀਆਂ ਬਾਹਰੀ ਜਿਹੜੀਆਂ ਆਪਾਂ ਕਰਦੇ ਹਾਂ ਕਈ ਵਾਰ ਜਿੱਦਬਾਜ਼ੀਆਂ ਬਾਣੀ ਨੂੰ ਲੈ ਕੇ, ਰੱਬੀ ਮਹਾਂਪੁਰਖ, ਇਹ ਤਾਂ ਟੌਪਿਕ ਹੀ ਨਹੀਂ ਹੈ। ਜਿੱਦਣ ਲਈ ਤਾਂ ਹੋਰ ਬਹੁਤ ਵਿਸ਼ੇ ਪਏ ਨੇ ਦੁਨੀਆ 'ਚ। ਜੇ ਧਾਰ ਦੇ ਫੈਸਲੇ ਕਰਨ ਲਈ ਬਹੁਤ ਵੱਡੇ ਫੀਲਡ ਪਏ ਨੇ ਦੁਨੀਆ 'ਚ, ਕਰੋ। ਪਰ ਇੱਥੋਂ ਅਗਰ ਜੀਵਨ ਲੈਣਾ ਹੈ ਤਾਂ ਇੱਥੋਂ ਨਿੱਜ ਨੂੰ ਬਦਲਣ ਦੀ ਸੇਧ ਲੈਣੀ ਪਏਗੀ। ਇਸ ਵਾਸਤੇ ਗਰੀਬ ਨਵਾਜ਼ ਬਖਸ਼ਿਸ਼ ਕਰਦੇ ਹਨ, ਜੈਸੇ ਵਿਖੈ ਹੇਤ ਪਰ ਨਾਰੀ, ਐਸੇ ਨਾਮੇ ਪ੍ਰੀਤ ਮੁਰਾਰੀ। ਇੱਕ ਐਗਜ਼ਾਮਪਲ ਹੈ, ਮੈਂ ਅੱਗੇ ਵੀ ਉਦਾਹਰਣ ਦਿੱਤੀ, ਪਿਛਲੇ ਸ਼ਬਦਾਂ ਵਿੱਚ ਵੀ ਭਗਤ ਨਾਮਦੇਵ ਸਾਹਿਬ ਨੇ ਇਹੋ ਜਿਹੀ ਇੱਕ ਉਦਾਹਰਣ ਦਿੱਤੀ ਹੈ। ਇਹਦਾ ਭਾਵ ਨਹੀਂ ਕਿ ਉਹ ਇਹੋ ਜਿਹੀਆਂ ਗੱਲਾਂ ਨੂੰ ਜਾਇਜ਼ ਠਹਿਰਾਉਂਦਾ। ਇਹਦਾ ਮਤਲਬ ਹੁੰਦਾ ਵੀ ਉਹ ਪਿੱਛੇ ਜਿਹੜੀ ਫੀਲਿੰਗ ਕੰਮ ਕਰਦੀ, ਉਸ ਵੇਲੇ ਜਿਹੜੀ ਤੁਹਾਡੇ ਅੰਦਰ ਜਿਹੜੀ ਭਾਵਨਾ ਚੱਲ ਰਹੀ ਹੁੰਦੀ ਹੈ, ਤੁਸੀਂ ਉਸ ਭਾਵਨਾ ਦੀ ਪੂਰਤੀ ਲਈ ਕੋਈ ਵੀ ਰਿਸਕ ਲੈ ਲੈਂਦੇ ਹੋ। ਹਰ ਚੀਜ਼ ਦਾ ਤੇ ਲਾ ਲੈਂਦੇ ਹੋ, ਜਿਵੇਂ ਡਰੱਗੀ ਲਾ ਲੈਂਦੇ, ਹਰ ਚੀਜ਼ ਦਾ ਤੇ ਲਾ ਦਿੰਦੇ। ਉਹਦਾ ਰਾਹ ਗਲਤ ਹੈ, ਪਰ ਉਹਦੇ ਅੰਦਰ ਉਸ ਵੇਲੇ ਜਿਹੜੀ ਫੀਲਿੰਗ ਬਿਨਾਂ ਕਿਸੇ ਦੀ ਪਰਵਾਹ ਕੀਤਿਆਂ ਉਹ ਸਾਰੀਆਂ ਰੁਕਾਵਟਾਂ ਤੋੜ ਕੇ ਵੀ ਉੱਥੋਂ ਤੱਕ ਪਹੁੰਚ ਜਾਏਗਾ। ਜਿਵੇਂ ਵੀ ਵਿਚਾਰੀ ਆਪਣੇ
ਦੇ ਵਿਚਾਰ ਦੇ ਅੱਡੇ ਤੱਕ ਪਹੁੰਚ ਜਾਏ। ਉਸ ਵੇਲੇ ਉਹਨੂੰ ਕਿਸੇ ਦੀ ਪਰਵਾਹ ਨਹੀਂ, ਕੋਈ ਰੁਕਾਵਟ ਨਹੀਂ, ਕੋਈ ਮੇਰ ਤੇਰ, ਕੋਈ ਜੱਕੋ ਤੱਕਾ ਉਹਦੇ ਅੰਦਰ ਨਹੀਂ ਆਉਂਦਾ, ਕੋਈ ਕਿਸੇ ਤਰ੍ਹਾਂ ਦੀ ਉਹਦੇ ਮਨ ਦੇ ਅੰਦਰ ਰੁਕਾਵਟ ਵਾਲਾ ਭਾਵ ਹੀ ਪੈਦਾ ਨਹੀਂ ਹੁੰਦਾ। ਭਗਤ ਨਾਮਦੇਵ ਸਾਹਿਬ ਆਖਦੇ ਨੇ ਫਰਕ ਇੰਨਾ ਹੈ ਕਿ ਉਹ ਲੋਕ ਵਿਸ਼ੇ ਭੋਗਣ ਵਾਸਤੇ ਜਾਂਦੇ ਨੇ, ਮੈਂ ਤੇਰੀ ਯਾਦ ਵਿੱਚ ਜੁੜਦਾ। ਇੱਧਰ ਦੁਨੀਆ ਜ਼ਿਆਦਾ ਪ੍ਰਵਾਹ ਕਰਦੀ ਹੈ, ਉੱਧਰ ਘੱਟ ਕਰਦੀ ਹੈ। ਮੈਂ ਅੱਗੇ ਵੀ ਇਹ ਉਦਾਹਰਣ ਦਿੱਤੀ ਸੀ, ਤੁਸੀਂ ਕਿਸੇ ਦੋਸਤ ਮਿੱਤਰ ਦੇ ਘਰ ਜਾਓ ਤੇ ਜਾਂਦਿਆਂ ਸਾਰ ਤੁਸੀਂ ਬੁਲਾਉਣੀ ਹੋਵੇ ਫਤਿਹ, ਤੁਹਾਨੂੰ ਕੋਈ ਕਹਿ ਦੇਵੇ ਤੂੰ ਫਤਿਹ ਬੁਲਾਉਣੀ। ਹੁਣ ਜੇ ਤੁਹਾਡਾ ਅਭਿਆਸ ਨਹੀਂ ਤਾਂ ਤੁਹਾਨੂੰ ਬੜਾ ਵੱਡਾ ਕੰਮ ਲੱਗੇਗਾ ਵੀ ਇਹ ਕੰਮ ਵੀ ਕਰਨਾ ਪੈਣਾ, ਫਤਿਹ ਬੁਲਾਵਾਂ ਮੈਂ। ਵੈਸੇ ਆਪਾਂ ਸਾਰੇ ਕਹਿੰਦੇ ਬਹੁਤ ਪ੍ਰਚਾਰ ਹੋ ਰਿਹਾ ਹੈ, ਨਹੀਂ ਹੋ ਰਿਹਾ, ਮੁਆਫ ਕਰਨਾ। ਰੌਲਾ ਪੈ ਰਿਹਾ ਜਿਵੇਂ ਮੈਂ ਪਾ ਰਿਹਾ। ਹੋ ਸਕਦਾ ਹੈ ਮੇਰਾ ਵੀ ਮਸਲਾ ਕੁਝ ਸੁਧਾਰ ਨਾ ਹੋਵੇ। ਸੱਚਾਈ ਇਹ, ਤੁਸੀਂ ਉੱਥੇ ਜਾ ਕੇ ਜਦੋਂ ਜੇ ਤੁਹਾਡੇ ਅੰਦਰ ਕਨਫਿਊਜ਼ਨ ਆਉਂਦੀ ਹੈ, ਜੇ ਤੁਹਾਡੇ ਅੰਦਰ ਕਿਸੇ ਤਰ੍ਹਾਂ ਦੀ ਇਹ ਭਾਵਨਾ ਆਉਂਦੀ ਵੀ ਇਹ ਲੋਕ ਕਿਤੇ ਕੀ ਕਹਿਣਗੇ, ਮੈਂ ਫਤਿਹ, ਜੇ ਤੁਹਾਡੇ ਅੰਦਰ ਉਹ ਸੰਗ ਹੈ ਨਾ, ਸਮਝੋ ਤੁਸੀਂ ਕੱਖ ਨਹੀਂ ਪਾਇਆ ਧਰਮ 'ਚ। ਅਜੇ ਤਾਂ ਬਹੁਤ ਵੱਡੀਆਂ ਮੰਜ਼ਿਲਾਂ ਸਨ ਜਿਹੜੀਆਂ ਸਰ ਕਰਨੀਆਂ ਸਨ। ਅਜੇ ਤੇ ਦੁਨੀਆ ਹੋ ਸਕਦਾ ਹੈ ਭੂਤਨਾ ਬੇਤਾਲਾ ਤੇ ਕੁਰਾਇਆ ਕਹਿੰਦੀ ਇੱਥੇ ਤਾਂ ਆਪਣੇ ਹੀ ਰਿਸ਼ਤੇਦਾਰ ਨੇ ਜਿੱਥੇ ਫਤਿਹ ਬੁਲਾਉਣੀ। ਅੱਛਾ, ਅਸੀਂ ਸਾਰੇ ਇਸ ਗੱਲ ਤੋਂ ਬਹੁਤ ਪ੍ਰਭਾਵਿਤ ਹਾਂ। ਕਲਗੀਧਰ ਮਹਾਰਾਜ ਦੇ ਸਾਹਿਬਜ਼ਾਦੇ ਜਦੋਂ ਸੂਬੇ ਦੀ ਕਚਹਿਰੀ ਜਾਂਦੇ ਨੇ, ਗੱਜ ਕੇ ਫਤਿਹ ਬੁਲਾਉਂਦੇ ਨੇ, ਉਸ ਵੇਲੇ ਸੰਗਤ 'ਚੋਂ ਜਕਾਰੇ ਵੀ ਛੱਡੇ ਜਾਂਦੇ ਨੇ। ਜਦੋਂ ਕੋਈ ਇਹ ਪ੍ਰਸੰਗ ਸਟੇਜ ਤੋਂ ਸੁਣਾਉਂਦਾ ਹੈ, ਕੋਈ ਢਾਡੀ ਸਾਹਿਬਾਨ ਸੁਣਾਉਣ, ਕੋਈ ਰਾਗੀ ਸਾਹਿਬਾਨ ਸੁਣਾਉਣ, ਕੋਈ ਕਵੀਸ਼ਰ ਸਾਹਿਬਾਨ, ਕੋਈ ਪ੍ਰਚਾਰਕ ਸਾਹਿਬਾਨ ਸੁਣਾਏ। ਅੱਛਾ, ਕਲਗੀਧਰ ਮਹਾਰਾਜ ਦੇ ਬੱਚੇ ਤਾਂ ਸੂਬੇ ਦੀ ਕਾਤਲ ਦੀ ਕਚਹਿਰੀ ਵਿੱਚ ਵੀ ਫਤਿਹ ਬੁਲਾਉਣ ਤੇ ਸਾਨੂੰ ਚਾਅ ਚੜ੍ਹਦਾ ਤੇ ਸਾਨੂੰ ਆਪਣੇ ਘਰ ਪਿੱਸੂ ਪੈਂਦੇ ਨੇ, ਡਰ ਆਉਂਦਾ ਹੈ, ਸੰਗ ਆਉਂਦੀ ਹੈ। ਅਸੀਂ ਸੱਚਮੁੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਰਾਹ ਦੇ ਪਾਂਧੀ ਹਾਂ ਕਿ ਨਹੀਂ ਹਾਂ? ਜ਼ਰਾ ਫੈਸਲਾ ਕਰੋ, ਜ਼ਰਾ ਸੋਚ ਕੇ ਵੇਖੋ। ਤੁਸੀਂ ਜੌਬ ਤੇ ਜਾਂਦੇ ਹੋ, ਜਾਣ ਲੱਗਿਆਂ ਫਤਿਹ ਬੁਲਾ ਕੇ ਜਾਂਦੇ ਹੋ, ਆਉਂਦੇ ਹੋ ਆਉਣ ਲੱਗਿਆਂ ਫਤਿਹ ਬੁਲਾਉਂਦੇ ਹੋ। ਬੱਚਿਆਂ ਨੂੰ ਘਰ ਵਿੱਚ ਇੰਨੀ ਕੁ ਆਪਾਂ ਸਿਖਲਾਈ ਦਿੱਤੀ ਹੈ ਕਿ ਇਹ ਵੀ ਕੋਈ ਸ਼੍ਰੋਮਣੀ ਕਮੇਟੀ ਆ ਕੇ ਦੇਵੇਗੀ, ਇਹ ਵੀ ਕੋਈ ਬਾਹਰੋਂ ਆ ਕੇ ਦੇਵੇਗਾ। ਇਹਨਾਂ ਤੇ ਸਾਨੂੰ ਕਰਨਾ ਚਾਹੀਦਾ। ਛੋਟੀਆਂ ਗੱਲਾਂ ਵੱਡੇ ਮਹਿਲ ਉਸਾਰ ਦੇਣਗੀਆਂ। ਨੀਂਹ ਵਿੱਚ ਲੱਗੀਆਂ ਹੋਈਆਂ ਇੱਟਾਂ ਦੇ ਉੱਤੇ ਮਨਾਰੇ ਖੜੇ ਹੁੰਦੇ ਨੇ, ਸਦਾ ਯਾਦ ਰੱਖੀਏ। ਮਨਾਰੇ ਹਵਾ 'ਚ ਨਹੀਂ ਖਲੋਂਦੇ, ਨੀਂਹ ਦੀਆਂ ਇੱਟਾਂ ਤੇ ਖਲੋਂਦੇ। ਹਜ਼ੂਰ ਅੱਗੇ ਫਰਮਾਉਂਦੇ ਹਨ, ਐਸੇ ਨਾਮੇ ਪ੍ਰੀਤ ਮੁਰਾਰੀ, ਉਸ ਅੰਦਰ ਦੇ ਰਾਖਸ਼ ਨੂੰ ਮਾਰਨ ਵਾਲੇ, ਅੰਦਰ ਦੀ ਭੈੜੀ ਬਿਰਤੀ ਦਾ ਨਾਸ਼ ਕਰਨ ਵਾਲੇ ਪਰਮੇਸ਼ਰ ਨਾਲ ਨਾਮਦੇਵ ਦੀ ਐਸੀ ਪ੍ਰੀਤ ਹੈ। ਫਿਰ ਫਰਮਾਉਂਦੇ, ਜੈਸੇ ਤਾਪ ਤੇ ਨਿਰਮਲ ਘਾਮਾ। ਘਾਮ ਦਾ ਮਤਲਬ ਹੁੰਦਾ ਹੈ ਅੱਤ ਦੀ ਗਰਭੀ ਤਪਸ਼ ਪੈ ਰਹੀ ਹੋਵੇ, ਕਿਸੇ ਨੂੰ ਨਿਰਮਲ ਸਵੱਛ ਠੰਡਾ ਪਾਣੀ ਪੀਣ ਵਾਸਤੇ ਮਿਲ ਜਾਏ, ਤੁਸੀਂ ਉਸ ਵੇਲੇ ਉਹਦੇ ਅੰਦਰ ਦੇ ਟਿਕਾ ਦਾ ਅੰਦਾਜ਼ਾ ਨਹੀਂ ਲਾ ਸਕਦੇ। ਉਹਨੂੰ, ਉਸ ਫੀਲਿੰਗ ਨੂੰ, ਉਸ ਸਕੂਨ ਨੂੰ, ਉਸ ਆਨੰਦ ਨੂੰ ਸ਼ਬਦਾਂ ਦੇ ਰਾਹੀਂ ਬਿਆਨ ਨਹੀਂ ਕੀਤਾ ਜਾ ਸਕਦਾ। ਤਾਂ ਭਗਤ ਜੀ ਫਰਮਾਉਂਦੇ ਨੇ, ਤੈਸੇ ਰਾਮ ਨਾਮਾ ਬਿਨ ਬਾਪੁਰੋ ਨਾਮਾ। ਬਸ ਇਉਂ ਸਮਝੋ ਕਿ ਜਿਵੇਂ ਤਪਸ਼ ਵਿੱਚ ਕੋਈ ਪਾਣੀ ਤੋਂ ਵਿਛੜ ਕੇ ਕੁਰਲਾਉਂਦਾ ਹੈ, ਇਸੇ ਤਰ੍ਹਾਂ ਮੈਂ ਤੇਰੀ ਪਿਆਸ ਵਿੱਚ ਕੁਰਲਾਉਂਦਾ ਹਾਂ। ਜਦੋਂ ਤੇਰੀ ਯਾਦ ਦਾ ਅੰਮ੍ਰਿਤ ਜਲ ਮੈਨੂੰ ਮਿਲ ਜਾਂਦਾ ਹੈ, ਅਬ ਮੋਹਿ ਜਲਤ ਰਾਮ ਜਲ ਪਾਇਆ, ਰਾਮ ਉਦਕ ਤਨ ਜਲਤ ਬੁਝਾਇਆ, ਤਦੋਂ ਮੇਰੇ ਅੰਤਰ ਆਤਮੇ ਨੂੰ ਸਕੂਨ ਔਰ ਸ਼ਾਂਤੀ ਮਿਲਦੀ ਹੈ, ਟਿਕਾ ਮਿਲਦਾ ਹੈ। ਗਰੀਬ ਨਵਾਜ ਬਖਸ਼ਿਸ਼ ਕਰਨ। ਸਤਿਗੁਰਾਂ ਦਾ ਪਾਵਨ ਉਪਦੇਸ਼ ਸਾਡੇ ਮਨ ਮਸਤਕ ਵਿੱਚ ਵਸੇ। ਹਜ਼ੂਰ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ। ਆਪ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ। ਆਓ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਜੀ ਪਾਸੋਂ ਸ਼ਰਵਣ ਕਰੀਏ। ਭੁੱਲ ਚੁੱਕ ਦੀ ਖਿਮਾ, ਫਤਿਹ ਸਾਂਝੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।